वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए। इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छोह प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है प्रसंग है। सतगुरु सुमेर पर्वत ते गए ने, उत्थे सिद्ध जोगी लोकां दे नाल नाथां दे नाल वार्तालाप होया, सिद्ध गोष्ठ होई है। जोगियां दा गुरु गोरख जो सतगुरु जी नूं अपना चेला बनाउणा चाहुंदा सी हार गया, थक गया। जदों बेबस हो गया फिर उसने वो सवाल किया जिहड़ा सवाल सानू सारियां नूं सब तो पहला करना चाहिए। मैं कई बारी उस घटना का जिक्र किया है कि बड़ा पंजाब का माड़ा माहौल सीगा। एक दास सी, एक मेरे नाल उतों दी एक ट्रेड यूनीयन का प्रेजिडेंट सी, प्रधान सी। असी दोवें अमृतधारी, दोनों के दाड़े खुले। आनंदपुर साहब के लागे एक शहर है, उन्होंने कहते हैं नूरपुर बेदी, अजकल वो तहसील है। किसी काम गया सी ते वो मेरे नाल दा सज्जन कहंदा भी आपां इत्थे अपना बंदा SHO लग्या है ते चाह उन्हां कोलों ना पीए। तो मैं उन्होंने रोकया भी, मैं आख्या तू पुलिस की चाह रहन दे भी, चाह ही पीनी उदों 50-75 पैसे का कप आ जाता सी ते आपां किसी खोखे तो पी लेने, किसी ढाबे तो पी लेने। कहंदा नहीं। हुण असीं थाणे गए, हुण चाहिदा ते सी भी वो कोई चिट लिखदा जां किसी बंदे नूं कहंदा भी मैं आया, मेरे नाल ये बंदा आया ते असीं तुहानूं मिलना है। उन्हें आसा नहीं वेख्या, पासा नहीं वेख्या, सीधा SHO दे कमरे च वड़ गया। हुण पता नहीं वो घरों घरवाली तो लड़के आया कि अगों हालात ही माड़े सी, पता नहीं सारी रात जागदा रहा होएगा। उन्हें साड़ी सत श्री अकाल दा फतेह का जवाब तक ही देना सी। कहंदा उत्थे बह जाओ, बाहर बह गए सी।
ਅੱਧੇ ਘੰਟੇ ਬਾਅਦ ਉਹਨੂੰ ਮੈਂ ਕਿਹਾ ਵੀ ਆਪਾਂ ਚੱਲੀਏ, ਉਹ ਨਾ ਵੀ ਆਪਾਂ ਨੂੰ ਲੰਮੇ ਪਾ ਕੇ ਚਾਹ ਪਿਆਉਣੇ। ਇਹ ਮੇਰੇ ਖੁਦ ਨਾਲ ਹੱਡ ਬੀਤੀ ਗੱਲ ਹੈ। ਫਿਰ ਬਾਹਰ ਆ ਕੇ ਉਹਨੂੰ ਮੈਂ ਸਮਝਾਇਆ, ਮੈਂ ਕਿਹਾ ਤੇਰੀ ਗਲਤੀ ਹੈ, ਚਾਹੀਦਾ ਸੀ ਕਿ ਤੈਨੂੰ ਪਹਿਲਾਂ ਪੁੱਛ ਲੈਣਾ। ਇਹ ਜ਼ਿੰਦਗੀ ਦਾ ਪਾਠ ਹੈ, ਆਪਣੇ ਅੱਜ ਤੋਂ ਬਾਅਦ ਤੁਸੀਂ ਪੱਲੇ ਬੰਨ੍ਹ ਲੈਣਾ। ਇਹ ਗੱਲ ਗੁਰੂ ਗੋਰਖ ਦੀ ਤੇ ਗੁਰੂ ਨਾਨਕ ਸਾਹਿਬ ਦੀ ਹੈ। ਗੁਰੂ ਨਾਨਕ ਸਾਹਿਬ ਸਮੇਰ ਪਰਬਤ ਤੇ ਗਏ ਤੇ ਗੁਰੂ ਗੋਰਖ ਨੂੰ ਸੱਤੀ ਕਪੜੀ ਅੱਗ ਲੱਗ ਗਈ ਵੀ ਇਹ ਇੱਥੇ ਕਿੱਥੋਂ ਆ ਗਿਆ, ਇਹਦਾ ਸਮੇਰ ਪਰਬਤ ਤੇ ਕੀ ਕੰਮ ਹੈ। ਇਹ ਨਾ ਹੋਵੇ ਕਿ ਇਹ ਇੱਥੇ ਪੱਕਾ ਹੀ ਬਹਿ ਜਾਏ। ਅੱਗੇ ਜਾ ਕੇ ਅਸੀਂ ਕਥਾ ਸੁਣਾਂਗੇ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਰਬਾਰ ਸਾਹਿਬ ਗਏ ਤੇ ਉੱਥੇ ਜਿਹੜੇ ਹਰਮੰਦਰ ਸਾਹਿਬ ਦੇ ਪੁਜਾਰੀ ਸੀ ਉਹਨਾਂ ਨੂੰ ਵੀ ਇਹੀ ਤਕਲੀਫ ਹੋਈ। ਉਹਨਾਂ ਨੂੰ ਵੀ ਇਹੀ ਤਕਲੀਫ ਹੋਈ ਕਿ ਇਹ ਗੁਰੂ ਹਰਗੋਬਿੰਦ ਦਾ ਪੁੱਤਰ ਹੈ, ਯੋਧੇ ਗੁਰੂ ਦਾ, ਤੇ ਜੇ ਇਹ ਦਰਬਾਰ ਸਾਹਿਬ ਤੇ ਕਬਜ਼ਾ ਕਰਕੇ ਬਹਿ ਗਿਆ ਤੇ ਸਾਡਾ ਪ੍ਰਸ਼ਾਦਾ ਪਾਣੀ ਕਿੱਥੋਂ ਚੱਲੇਗਾ। ਉਹਨਾਂ ਨੇ ਦਰਬਾਰ ਸਾਹਿਬ ਨੂੰ ਜਿੰਦਰੇ ਮਾਰਤੇ। ਇਸੇ ਤਰ੍ਹਾਂ ਜਿਹੜਾ ਸਮੇਰ ਪਰਬਤ ਤੇ ਬੈਠਾ ਗੁਰੂ ਗੋਰਖ ਹੈ, ਉਹਨੂੰ ਬਿਨਾਂ ਕਾਰਨ ਤਕਲੀਫ ਹੋ ਗਈ। ਹੁਣ ਉਸਨੇ ਗੁਰੂ ਸਾਹਿਬ ਨੂੰ ਪਹਿਲਾਂ ਸਮੇਰ ਪਰਬਤ ਤੇ ਜਾਣ ਤੋਂ ਰੋਕਿਆ, ਜਦੋਂ ਨਹੀਂ ਰੁਕੇ ਫਿਰ ਉੱਥੇ ਗਿਆਨ ਨਾਲ ਉਹਨੇ ਆਪਣੇ ਜੋਗੀਆਂ ਤੋਂ, ਜਿਹਨੂੰ ਆਪਾਂ ਮਿਸਬਿਹੇਵ ਕਹਿੰਦੇ ਆ, ਮਾੜਾ ਸਲੂਕ ਕਰਾਇਆ। ਇਹਦੇ ਚੇਲਿਆਂ ਨੇ ਉੱਡ ਉੱਡ ਕੇ ਵਿਖਾਇਆ, ਸ਼ਕਤੀਆਂ ਵਿਖਾਈਆਂ। ਪਰ ਜਦੋਂ ਗੁਰੂ ਸਾਹਿਬ ਦੀ ਖੜਾਂ ਨੇ ਆਕਾਸ਼ ਵਿੱਚ ਹੀ ਉਹਨਾਂ ਦੀ ਚੰਗੀ ਖਾਤਰ ਜਮ੍ਹਾਂ ਕੀਤੀ। ਹੁਣ ਇਹਦੇ ਅਗਰ ਅਸੀਂ ਆਪਣੇ ਆਮ ਭਾਸ਼ਾ ਵਿੱਚ ਅਰਥ ਕਰੀਏ ਤੇ ਸਤਿਗੁਰੂ ਪਿਤਾ ਦੀ ਜਿਹੜੀ ਚਰਨਦਾਸੀ ਸੀ, ਕਿਉਂਕਿ ਸਤਿਗੁਰੂ ਕੋਈ ਅੱਜ ਵਰਗੇ ਸ਼ੂਜ਼ ਤਾਂ ਪਾਉਂਦੇ ਨਹੀਂ ਸੀ, ਨਾ ਹੀ ਸਤਿਗੁਰੂ ਕੋਈ ਲੈਦਰ ਦੀ ਕੋਈ ਦੇਸੀ ਜੁੱਤੀ ਪਾਉਂਦੇ ਸੀ, ਉਹ ਤਾਂ ਖੜਾਮ ਪਾਉਂਦੇ ਸੀ। ਤੋ ਖੜਾਂ ਨੇ ਕੱਲੀ ਨੇ ਕੱਲੇ ਕੱਲੇ ਜੋਗੀ ਦਾ ਜਿਹੜਾ ਸਮਾਨ ਆਕਾਸ਼ ਵਿੱਚ ਉੱਡਦਾ ਸੀ, ਉਹਨਾਂ ਦੇ ਦੋ ਦੋ ਲਾਈਆਂ ਤੇ ਥੱਲੇ ਲਾ ਲਿਆਂਦਾ। ਹੁਣ ਉਹ ਜੋਗੀ ਭਜੀ ਹੋਏ, ਬੜੇ ਸ਼ਰਮਿੰਦੇ ਹੋਏ। ਉਹਨਾਂ ਸ਼ਰਮਸਾਰਾਂ ਦੇ ਵਿੱਚ ਗੁਰੂ ਗੋਰਖ ਵੀ ਹੋ ਗਿਆ ਵੀ ਗੱਲ ਤੇ ਬਣੀ ਨਾ। ਯਤਨ ਤੇ ਆਪਾਂ ਕੀਤਾ, ਕੋਸ਼ਿਸ਼ ਤਾਂ ਕੀਤੀ, ਪਰ ਉਹ ਕਿਸੇ ਸਿਰੇ ਨਹੀਂ ਲੱਗੀ। ਹੁਣ ਤੁਸੀਂ ਵੇਖੋ, ਜਿਹੜੀ ਗੱਲ ਪਹਿਲਾਂ ਕਰਨੀ ਚਾਹੀਦੀ ਸੀ ਹੁਣ ਉਹਨੇ ਅਖੀਰ ਵਿੱਚ ਕੀਤੀ ਹੈ। ਮਤਲਬ ਜ਼ਿੰਦਗੀ ਨੂੰ ਜਿਉਣ ਦਾ ਇੱਕ ਤਰੀਕਾ। ਹੁਣ ਆਪਾਂ ਜਿਵੇਂ ਸਾਡੇ ਕੋਈ ਘਰ ਆਇਆ, ਮੈਂ ਵੀ ਗੱਲ ਆਪ ਜੀ ਨਾਲ ਸਾਂਝੀ ਕੀਤੀ। ਮੈਨੂੰ ਅੱਜ ਕੋਈ 40 ਸਾਲ ਪਹਿਲਾਂ ਕਿਸੇ ਬੰਦੇ ਨੇ ਸਿੱਖਿਆ ਦਿੱਤੀ। ਗਰਮੀਆਂ ਦੇ ਦਿਨ ਬੰਦਾ ਘਰ ਆਇਆ, ਮੈਂ ਕਿਹਾ ਭਾਊ ਜੀ ਚਾਹ ਪੀਓਗੇ? ਤੂੰ ਮੈਨੂੰ ਕਹਿੰਦਾ ਵੀ ਛੋਟੇ ਭਾਈ ਪਹਿਲਾਂ ਪਾਣੀ ਪੁੱਛੀਦਾ ਹੁੰਦਾ ਹੈ। ਹੁਣ ਗੱਲ ਤੇ ਨਿੱਕੀ ਜੀ ਹੈ। ਪਹਿਲਾਂ ਤੁਹਾਡੇ ਘਰ ਆਇਆ ਤੇ ਉਹਨੂੰ ਇਹ ਪੁੱਛੋ, ਪਹਿਲਾਂ ਤਾਂ ਉਹਨੂੰ ਫਤਿਹ ਬੁਲਾਓ ਜਾਂ ਸਤਿ ਸ੍ਰੀ ਅਕਾਲ ਕਹੋ ਜਾਂ ਉਹਨੂੰ ਕੋਈ ਦੁਆ ਸਲਾਮ ਕਹੋ। ਫਿਰ ਉਹਨੂੰ ਕਹੋ ਭਾਜੀ ਬੈਠੋ, ਉਹਨੂੰ ਬੈਠਣ ਲਈ ਕਹੋ। ਫਿਰ ਉਹਦੇ ਅੱਗੇ ਪਾਣੀ ਉਹਨੂੰ ਪੀਣ ਵਾਸਤੇ ਦਿਓ, ਕਿਉਂਕਿ ਪਹਿਲਾਂ ਪਾਣੀ ਜੀਓ ਹੈ। ਦੁਨੀਆ ਦੀ ਹਰ ਕੀਮਤੀ ਵਸਤੂ ਤੋਂ ਕੀਮਤੀ ਜਿਹੜਾ ਹੈ ਉਹ ਪਾਣੀ ਹੈ। ਫਿਰ ਅਗਲੀ ਗੱਲ ਪੁੱਛੋ ਵੀ ਭਾਜੀ ਚਾਹ ਪਾਣੀ ਕਿ ਪ੍ਰਸ਼ਾਦਾ ਦੱਸੋ ਕੀ ਛਕੋਗੇ। ਹੁਣ ਇਹ ਸਾਰੀਆਂ ਚੀਜ਼ਾਂ ਆਓ ਭਗਤ ਦਾ ਹਿੱਸਾ ਨੇ। ਤੇ ਫਰਕ ਇੰਨਾ ਹੀ ਹੈ ਕਿ ਘਰ ਦੇ ਵਿੱਚ ਸੁਆਣੀ ਹੈ ਤੇ ਉਹ ਤੁਹਾਡੇ ਕੱਪੜੇ ਧੋ ਰਹੀ ਹੈ, ਤੇ ਤੁਸੀਂ ਘਰ ਆਏ ਤੇ ਉਹਨੇ ਕਿਹਾ, ਮੈਂ ਕਿਹਾ ਵੀ ਪਾਣੀ ਦਿਓ, ਤੋ ਕਹਿੰਦੀ ਵੀ ਆਪੇ ਪੀ ਲਾ। ਮੈਂ ਵੀ ਤੇ ਤੇਰਾ ਹੀ ਪਿੱਟ ਸਿਆਪਾ ਕਰਨ ਨਹੀਂ ਆ। ਮਤਲਬ ਕਿੰਨਾ ਫਰਕ ਹੈ ਵੀ ਤੂੰ ਕੱਪੜੇ ਵੀ ਤੂੰ ਉਹਦੇ ਹੀ ਧੋ ਰਹੀ ਹੈ ਤੇ ਪਾਣੀ ਵੀ ਉਸੇ ਨੂੰ ਪਿਆਉਣਾ। ਜੇ ਕੱਪੜੇ ਛੱਡ ਕੇ ਪਾਣੀ ਪਿਆ ਦਿੰਦੀ ਤੇ ਕਿੰਨੀ ਇੱਜ਼ਤ ਵੱਧ ਜਾਣੀ ਸੀ। ਮਤਲਬ ਕਿਹੜੀ ਗੱਲ ਕਦੋਂ ਕਰਨੀ ਹੈ। ਮਤਲਬ ਸਾਨੂੰ ਇੱਕ ਮੈਨੇਜਮੈਂਟ ਵਰਡ ਹੈ ਜਿਹੜਾ ਸਾਡੇ ਵਿੱਚ ਹੈ ਨਹੀਂ। ਕਿਹੜੇ ਕੰਮ ਨੂੰ ਕਿਵੇਂ ਕਰਨਾ ਹੈ, ਕਦੋਂ ਕਰਨਾ ਹੈ, ਫਿਰ ਟਾਈਮ ਮੈਨੇਜਮੈਂਟ ਸਾਡੇ 'ਚ ਬਿਲਕੁਲ ਵੀ ਨਹੀਂ ਹੈਗੀ।
कि समय अनुसार किदां कीता जाए। जदों कि जिस गुरु नूं तुसीं मत्था टेकदे हो, गुरु पातशाह ने बाणी च लिखिया वखत विचारे सो बंदा होए। एक लाइन पंक्ति लिख के गड्डी च रख लो, दफ्तर च रख लो, अपने घर में रख लो। वक्त की विचार जरूर करो। सवेरे वक्त थोड़े नहाउण दा है, तुसी बैठे रहोगे तो की होएगा, सारा कुछ ही लेट हो जाएगा। इधरी भी मुड़ के नहाता नहीं जा सकता। सवेरे पाठ नहीं करोगे तो की होएगा, पाठ तो मुड़ के भी हो जाएगा, पर तुहाडी सारी रूटीन खराब हो जाएगी। देखो, परमात्मा ने भी हर चीज़ नूं तरतीब दिती है। हुण आपां कहने जी सवेरे दिन चढ़िया कुछ होर सी, शामी होर सी, भी रब ने बनाया ही इदां दा। जदों दिन चढ़िया सी तो सूरज इधर सीगा, जदों छुपिया तो इधर चला गया। तो सवेरे वर्गे शाम नूं हालात कदे रह ही नहीं सकते। समा कदे एक वर्गा नहीं रहिंदा, क्योंकि जो समा ही बदल गया तो हालात तो बदलणगे भाई। समा ही हर चीज़ नूं प्रभावित करदा। हुण गुरु गोरख ने गुरु साहब नूं पुछया कि गुर के बचन सुने गोरख जब, पुन बूझन हित बोलत भा तब, क्यों कर तुम ए ठा चल आए। आख्या नानक जी, तुसी सवेर पर्वत ते लैण की आए हो? पुछना चाहिए ना। कोई तुहानूं बंदा तुहाडे घर आया है तो उन्होंने पुछो, उन्होंने पुछ लेना चाहिए, वीर जी किवें आए हो, बजाए कि परौना रात नूं सौ जाए तो तुहानूं दोवां जियां दी नींद उड़ी होए भी सवेरे उठ के पैसे ही ना मंग लवे, भी काम निबेड़ के सवो। बहुती वारी की हुंदा है कि असी अपने गैस, अपनी जजमेंट, अपनी ख्यालों दे विच असी बहुत कुछ हंडा लैंदे हैं। कई बंदे असी जिंदगी च अपने ख्यालों च दुश्मन बना के रखे, जदों वाह पिया तो पता लगा भी नहीं, वो तो दुश्मन है ही नहीं सीगा, वो बंदा तुहाडा विरोधी नहीं सीगा। एवें तुहाडे अपने दिमाग की कहानी सी, वो तुसी सारी उम्र ही उस कहानी दे विच ही अपनी गुजर कर लई। हुण इन्हें पूछया भी कि तुसी क्यों आए हो, क्यों कर तुम ए ठा चल आए, कौन मनोरथ देहो बताए। दसो तुहाडा मनोरथ की इत्थे आउण दा, तुहाडा मतलब की है। तो जे किते गुरु गोरख नूं पहलां पता लग जांदा तो इन्ना सिद्ध गोष्ठ वाला झगड़ा होना ही नहीं सीगा, क्योंकि गुरु साहब कब्जा करन ते गए नहीं, गुरु साहब ने उत्थे रहना नहीं सीगा। उन्होंने यही डर पै गया भी इत्थे पक्के हो जाणगे, इत्थे रहणगे, ये मुड़ के नहीं जाणगे, ये साडे चेलियां नूं अपना चेला बना लैणगे। ये गुरु साहब दे घर दी थ्योरी नहीं है, साडे घर दी थ्योरी नहीं है। जिहड़ा धर्म परिवर्तन एक वर्ड यूज़ किया जाता ना इंडिया च, कि पहला मुसलमान हिंदुआं नूं मुसलमान बनाउंदे रहे, अज हिंदुआं दी कोशिश है कि वध तो वध मुसलमानां नूं हिंदू बना लिया जाए। अज भी किसी मस्जिद तो उन्हां दे झंडे उतारे जा रहे सी। क्यों बई, काहदे लई? आपां किहड़े चक्कर च पए होए आ? सिख धर्म ये नहीं कहता। सिख धर्म ये कहता कि तुसीं अपनी ईसाई इन्नी दसो कि लोग कहण, क्योंकि अज कोई किसी का पाबंद नहीं जे। मैं दसा आप जी नूं, अज जिहड़े माँ प्यो ने जन्म दिता है बंदा, उहदा भी पाबंद नहीं है। अज इन्नी विचारां दी मनुख दे कोल आज़ादी है कि जिहड़े विचार उहनूं प्रभावित करनगे, बंदा उधर चला जाएगा। अज तुसीं किसी नूं रस्सी नाल बन के नहीं रख सकते, किसी नूं कुकड़ियां ते मुर्गियां वांग तुसीं टोकरे थले दब के नहीं रख सकते। अज तुहाडे फोन दे विच वर्ल्ड खुलदा, जदों तुसीं गूगल दे सर्च इंजन ते जाने हो, सारी दुनिया खुल जाती है। मेरे नाल तो 50 वारी होया, किसी के घर जाओ, ज्ञानी जी आ किवें है, तो हौली जी 5 मिनटां बाद वो काका बोलना शुरू हो जाता है। फिर पता लगता वो गूगल खोल के बैठा है। हर दुनिया की इनफॉर्मेशन वो लोड है। तुसी लाहौर खोल लो, दिल्ली खोल लो, औरंगजेब खोल लो, गुरु गोबिंद सिंह महाराज का नाम लिख लो। ईवन हुण तो लोगों की परसनल लाइफ भी वो चढ़ाई हुई है।
ਤੁਸੀਂ ਸਰਚ ਕਰੋ, ਤੁਹਾਡੇ ਸਾਹਮਣੇ ਸਾਰਾ ਕੁਝ ਨਿਕਲ ਆਏਗਾ। ਅੱਜ ਦੁਨੀਆ ਬਹੁਤ ਛੋਟੀ ਹੈ। ਅੱਜ ਤੁਹਾਨੂੰ ਕਿਸੇ ਤੇ ਜ਼ਬਰਦਸਤੀ ਕਰਨ ਦੀ ਲੋੜ ਨਹੀਂ, ਸਿਰਫ ਤੁਹਾਨੂੰ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਲੋੜ ਹੈ ਕਿ ਤੁਸੀਂ ਠੀਕ ਹੋ। ਤੁਸੀਂ ਠੀਕ ਹੋ, ਸੰਸਾਰ ਸਾਰਾ ਹੀ ਠੀਕ ਹੈ। ਗੁਰੂ ਗੋਰਖ ਨੇ ਪੁੱਛਿਆ ਕਿ ਕੌਣ ਮਨੋਰਥ ਦੇਹੋ ਬਤਾਏ। ਅੱਗੋਂ ਸਤਿਗੁਰੂ ਕਹਿਣ ਲੱਗੇ ਕਿ ਭਾਈ ਸਾਡਾ ਤਾਂ ਕੋਈ ਮਨੋਰਥ ਨਹੀਂ ਹੈ। ਗੋਰਖ ਕਹਿੰਦਾ ਜੀ ਹੈ ਤੇ ਦੱਸੋ। ਸੋ ਮੈਂ ਕਰੂੰ ਸੰਪੂਰਨ ਤੁਮਰੋ, ਸਾਚ ਬਚਨ ਇਹ ਮਾਨੋ ਹਮਰੋ। ਸ਼੍ਰੀ ਗੁਰ ਕਹੇ ਮਨੋਰਥ ਮੇਰੇ, ਸਤਿਗੁਰ ਪੂਰੇ ਹੈ ਇੱਕ ਮੇਰੇ। ਤੇ ਸਤਿਗੁਰੂ ਕਹਿਣ ਲੱਗੇ ਮੇਰੇ ਮਨੋਰਥ ਤਾਂ ਰੱਬ ਨੇ ਇੱਕੋ ਵਾਰੀ ਪੂਰੇ ਕਰ ਦਿੱਤੇ ਨੇ। ਇਹ ਜਿਹੜਾ ਸ਼ਬਦ ਹੈ ਨਾ ਕਿ ਪਰਮਾਤਮਾ ਨੇ ਜੋ ਕੁਝ ਵੀ ਤੁਹਾਨੂੰ ਦੇਣਾ ਹੈ ਉਹ ਇੱਕੋ ਵਾਰੀ ਦੇ ਦਿੱਤਾ ਹੈ। ਪਰਮਾਤਮਾ ਸਾਡੇ ਭਾਗਾਂ ਵਿੱਚ ਰੋਜ਼ ਅਮੈਂਡਮੈਂਟ ਨਹੀਂ ਕਰਦਾ, ਉਹ ਤਾਂ ਸਾਡੀ ਕੋਸ਼ਿਸ਼ ਹੈ ਕਿ ਨੱਕ ਰਗੜ ਕੇ, ਪਾਠ ਕਰਕੇ, ਅਰਦਾਸਾਂ ਕਰਕੇ, ਧਾਗੇ ਤਵੀਤ ਬੰਨ੍ਹ ਕੇ ਵੀ ਸ਼ਾਇਦ ਮੇਰੀ ਜ਼ਿੰਦਗੀ 'ਚ ਕੁਝ ਫਰਕ ਪੈ ਜਾਏ। ਨਹੀਂ ਤੇ ਕੀ ਹੈ ਕਿ ਪਰਮਾਤਮਾ ਨੇ ਜਦੋਂ ਸਾਨੂੰ ਪੈਦਾ ਕੀਤਾ ਹੈ ਉਦੋਂ ਹੀ ਉਹਨੇ ਸਾਡੀ ਤਕਦੀਰ ਵੀ ਲਿਖ ਦਿੱਤੀ ਹੈ, ਔਰ ਆਪਣੇ ਆਪ ਉਹਦੇ ਅਨੁਸਾਰ ਘਟਨਾਵਾਂ ਘਟਣੀਆਂ ਸ਼ੁਰੂ ਹੋ ਗਈਆਂ ਨੇ। ਵੇਖੋ, ਸਾਨੂੰ ਮਾਂ ਪਿਓ ਸਾਡੀ ਮਰਜ਼ੀ ਨਾਲ ਨਹੀਂ ਮਿਲਿਆ, ਸਾਨੂੰ ਸਟੇਟ, ਸਾਨੂੰ ਕੰਟਰੀ ਸਾਡੀ ਮਰਜ਼ੀ ਨਾਲ ਨਹੀਂ ਮਿਲਿਆ। ਜਿਹੜੇ ਸਕੂਲ 'ਚ ਸਾਡੀ ਐਡਮਿਸ਼ਨ ਹੋਈ ਉਦੋਂ ਸਾਨੂੰ ਪਤਾ ਹੀ ਨਹੀਂ ਸੀਗਾ, ਉਹ ਸਾਡੀ ਮਰਜ਼ੀ ਤੋਂ ਪਹਿਲਾਂ ਹੋ ਗਈ। ਉਦੋਂ ਬਾਅਦ ਵੀ ਸਾਡੀ ਮਰਜ਼ੀ ਨਹੀਂ ਚੱਲੀ। ਸਾਰੀ ਜ਼ਿੰਦਗੀ ਜਿਹੜੀ ਹੈ ਉਹ ਨੱਕ ਨੱਥ ਖਸਮ ਹੱਥ ਦੇ ਇਸ ਬਾਣੀ ਦੇ ਸੱਚ ਅਨੁਸਾਰ ਚੱਲੀ ਹੈ। ਹਰ ਚੀਜ਼ ਸਾਡੀ ਮਰਜ਼ੀ ਨਾਲ ਨਹੀਂ ਹੋ ਪਾ ਰਹੀ। ਸਤਿਗੁਰੂ ਕਹਿਣ ਲੱਗੇ ਭਾਈ ਮੇਰੇ ਤਾਂ ਸਾਰੇ ਮਨੋਰਥ ਪਰਮਾਤਮਾ ਨੇ ਪੂਰੇ ਕਰ ਦਿੱਤੇ ਨੇ। ਸ਼੍ਰੀ ਗੁਰ ਕਹੈ ਮਨੋਰਥ ਮੇਰੇ, ਸਤਿਗੁਰ ਪੂਰੇ ਹੈ ਇੱਕ ਮੇਰੇ। ਗੁਰੂ ਗੋਰਖ ਸਾਡਾ ਕੋਈ ਮਨੋਰਥ ਬਾਕੀ ਨਹੀਂ ਹੈ, ਕੋਈ ਇੱਛਾ ਬਾਕੀ ਨਹੀਂ ਹੈ, ਕੋਈ ਕਾਂਖਾ, ਕੋਈ ਭੁੱਖ, ਕੋਈ ਲੋੜ ਹੈ ਹੀ ਨਹੀਂ ਕਿ ਜਿਹੜੀ ਤੂੰ ਸਾਡੀ ਪੂਰੀ ਕਰੇਂਗਾ। ਹਾਂਜੀ। ਦੇਖਿਆ ਲੀਜੈ ਜੇ ਤੁਮ ਚਾਹੀ, ਪੂਰੋ ਮਹਿ ਚਿਤਵੋ ਮਨ ਮਾਹੀ। ਸਤਿਗੁਰੂ ਕਹਿਣ ਲੱਗੇ ਹਾਂ, ਇੱਕ ਕੰਮ ਹੋ ਸਕਦਾ ਹੈ। ਇਹ ਗੋਰਖ, ਜੇ ਤੂੰ ਚਾਹਵੇਂ ਤਾਂ ਤੂੰ ਦੀਖਿਆ ਲੈ ਸਕਦਾ ਹੈ, ਕਿਉਂਕਿ ਤੇਰੇ ਤਾਂ ਅਜੇ ਵੀ ਬੜੇ ਮਨੋਰਥ ਨੇ। ਅਜੇ ਵੀ ਉਹਦਾ ਮਨੋਰਥ ਸੀ ਵੀ ਸਾਰੀ ਦੁਨੀਆ ਤੇ ਮੈਂ ਹੀ ਗੁਰੂ ਹੋਵਾਂ ਤੇ ਸਾਰੀ ਦੁਨੀਆ ਦੇ ਲੋਕ ਮੇਰੇ ਹੀ ਚੇਲੇ ਹੋਣ। ਬਸ ਐਸੇ ਪਾਠ ਵਿੱਚ ਸਾਰੀ ਦੁਨੀਆ ਖਪ ਰਹੀ ਹੈ। ਇਸੇ ਲਾਲਚ ਵਿੱਚ ਮੈਂ ਇਹ ਨਹੀਂ ਚਾਹੁੰਦਾ ਕਿ ਮੇਰਾ ਪਰਿਵਾਰ ਠੀਕ ਰਹਿਣਾ ਚਾਹੀਦਾ ਹੈ, ਮੇਰੇ ਬੱਚੇ ਆਗਿਆਕਾਰੀ ਹੋਣੇ ਚਾਹੀਦੇ ਨੇ। ਜਦੋਂ ਇੱਥੋਂ ਵਿਹਲਾ ਹੁੰਨਾ ਫਿਰ ਮੈਂ ਕਹਿੰਦਾ ਵੀ ਮਹੱਲੇ ਵਾਲੇ ਮੇਰੇ ਆਗਿਆਕਾਰੀ ਹੋਣੇ ਚਾਹੀਦੇ ਨੇ। ਜੇ ਮਹੱਲੇ ਵਾਲੇ ਕਹਿਣ ਚਲੋ ਗਿਆਨੀ ਜੀ ਤੁਹਾਨੂੰ ਹੀ ਪ੍ਰਧਾਨ ਬਣਾ ਦਿੰਦੇ ਆ, ਫਿਰ ਮੈਂ ਚਾਹੁੰਦਾ ਵੀ ਨਹੀਂ, ਸਿਟੀ ਦਾ ਮੇਅਰ ਵੀ ਮੈਂ ਹੀ ਹੋਣਾ ਚਾਹੀਦਾ। ਚਲੋ ਸ਼ਹਿਰ ਦੇ ਲੋਕ ਕਹਿਣਗੇ ਗਿਆਨੀ ਜੀ ਨੂੰ ਪਾ ਦਿਓ, ਵੋਟਾਂ ਬਣਾ ਦਿਓ ਵੀ, ਫਿਰ ਮੈਂ ਕਹਿੰਦਾ ਵੀ ਨਹੀਂ, ਸਟੇਟ ਦਾ ਮੁੱਖ ਮੰਤਰੀ ਵੀ ਮੈਂ ਹੀ ਹੋਣਾ ਚਾਹੀਦਾ। ਇੰਨੇ 'ਚ ਬੰਦੇ ਦੀ ਫੂਕ ਨਿਕਲ ਜਾਂਦੀ ਹੈ, ਕਿਉਂਕਿ ਮਦਾਰੀਆਂ ਦੀ ਖੇਡ ਤਾਂ ਹੈ ਨਹੀਂ। ਆਖਰ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਲਈ ਸਮਾਂ ਲੱਗੇਗਾ। ਗੁਰੂ ਤੇਗ ਬਹਾਦਰ ਸਾਹਿਬ ਦੀ ਕਥਾ ਤੋਂ ਬਾਅਦ ਮੈਨੂੰ ਵੀ 35 ਸਾਲਾਂ ਬਾਅਦ ਪਤਾ ਲੱਗਾ ਕਿ ਪਾਪ ਦਾ ਜਨਮ ਕਿੱਥੇ ਹੁੰਦਾ ਹੈ। ਪਾਪ ਦਾ ਜਨਮ ਝੂਠ ਬੋਲਣ ਤੋਂ ਨਹੀਂ ਹੈ। ਸਾਨੂੰ ਲੱਗਦਾ ਹੈ ਪਾਪ ਹੋ ਗਿਆ ਜੀ, ਇਹਨੇ ਮਰਡਰ ਕਰ ਦਿੱਤਾ ਜੀ, ਨਾ। ਪਾਪ ਹੋ ਗਿਆ ਇਹਨੇ ਚੋਰੀ ਕਰ ਲਈ ਜੀ, ਨਾ। ਪਾਪ ਦਾ ਜਨਮ ਹੋਇਆ ਤੁਹਾਡੀ ਇੱਛਾ ਚੋਂ। ਤੁਹਾਨੂੰ ਝੂਠ ਵੀ ਇੱਛਾ ਨੇ ਬੁਲਾਇਆ ਹੈ, ਤੁਹਾਡੇ ਤੋਂ ਮਰਡਰ ਵੀ ਇੱਛਾ ਨੇ ਕਰਾਇਆ ਹੈ, ਤੁਹਾਡੇ ਤੋਂ ਚੋਰੀ ਵੀ ਇੱਛਾ ਕਰਾ ਰਹੀ ਹੈ। ਇੱਕ ਇੱਛਾ ਲੈ ਲਈ ਤੁਸੀਂ ਕਿ ਮੇਰੇ ਅੱਗੇ ਕੋਈ ਨਹੀਂ ਬੋਲਣਾ ਚਾਹੀਦਾ। ਹੁਣ ਕੀ ਹੋਏਗਾ? ਫਿਰ ਤਾਂ ਮਰਡਰ ਹੀ ਹੋਣਗੇ, ਹੋਰ ਕੀ ਹੋਏਗਾ? ਜਦੋਂ ਤੁਸੀਂ ਕਹੋਗੇ ਵੀ ਸਾਰਾ ਧਨ ਮੇਰੇ ਕੋਲ ਹੀ ਹੋਣਾ ਚਾਹੀਦਾ ਹੈ, ਤੇ ਫਿਰ ਚੋਰੀ ਕਰਕੇ ਹੋ ਸਕਦਾ, ਖੱਟ ਕਮਾ ਕੇ ਧੋ ਨਹੀਂ ਸਕਦਾ, ਕਿਉਂਕਿ ਖੱਟਣ ਕਮਾਉਣ ਲਈ ਤਾਂ ਰੱਬ ਨੇ ਲੋਕਾਂ ਨੂੰ ਵੀ ਹੱਥ ਦਿੱਤੇ ਹੋਏ ਨੇ।
ਆਪਣੇ ਅੰਦਰੋਂ ਇੱਛਾ ਨੂੰ ਘਟਾਓ। ਮੈਂ ਰੋਜ਼ ਇਹੀ ਬੇਨਤੀ ਕਰ ਰਿਹਾ ਵੀ ਜਿਹੜਾ 2020 ਸਾਲ ਗਿਆ, 2020 ਗਿਆ ਹੈ, ਇਹਨੇ ਸਾਨੂੰ ਕੀ ਸਿਖਾਇਆ? ਇਹਨੇ ਸਾਨੂੰ ਸਿਖਾਇਆ ਕਿ ਬੰਦਿਆ ਤੇਰੀ ਲੋੜ ਕੀ ਹੈ? ਤੇਰੀ ਲੋੜ ਸਿਰਫ 2 ਪ੍ਰਸ਼ਾਦੇ ਨੇ। 1 ਮਹੀਨਾ ਨਹੀਂ, ਕਈ ਮਹੀਨੇ ਮੇਰੇ ਵਰਗਿਆਂ ਨੇ ਲੱਸੀ ਨਹੀਂ ਪੀਤੀ, ਦਹੀਂ ਨਹੀਂ ਖਾਧਾ, ਕੋਈ ਸੌਸ ਨਹੀਂ ਖਾਧੀ, ਕੋਈ ਚਟਨੀ ਨਹੀਂ ਖਾਧੀ, ਕੋਈ ਗੋਲ ਗੱਪੇ ਨਹੀਂ ਖਾਧੇ, ਕੋਈ ਟਿੱਕੀ ਨਹੀਂ ਖਾਧੀ, ਕੋਈ ਪਕੌੜਾ ਨਹੀਂ ਖਾਧਾ। ਨਹੀਂ ਖਾਧਾ ਨਾ? ਕਿਸੇ ਰੈਸਟੋਰੈਂਟ ਤੇ ਨਹੀਂ ਗਏ, ਕਿਸੇ ਹੋਟਲ ਤੇ ਨਹੀਂ ਗਏ, ਕਿਤੇ ਟੂਰਿੰਗ ਨਹੀਂ ਕੀਤੀ, ਕੋਈ ਟਰੈਵਲਿੰਗ ਨਹੀਂ ਕੀਤੀ, ਕਿਸੇ ਹੋਟਲ 'ਚ ਜਾ ਕੇ ਨਹੀਂ ਠਹਿਰੇ ਅਸੀਂ, ਕੋਈ ਮਾਰਕੀਟ ਨਹੀਂ ਗਏ, ਕੋਈ ਸ਼ਾਪਿੰਗ ਨਹੀਂ ਕੀਤੀ। 0% ਖਰਚਾ ਸੀ ਸਾਡਾ। ਆਪਾਂ ਕਹਿੰਦੇ ਸਾਡੀ ਆਮਦਨ ਨਹੀਂ ਹੈਗੀ, ਆਮਦਨ ਨਹੀਂ ਹੈਗੀ ਤੇ ਖਰਚਾ ਵੀ ਤਾਂ ਨਹੀਂ ਸੀ ਨਾ। ਪਿਛਲੇ ਮਾਰਚ ਤੋਂ ਲੈ ਕੇ 3-4 ਮਹੀਨਿਆਂ ਨੇ ਦੱਸਿਆ ਵੀ ਬੰਦਿਆ ਤੇਰੇ ਜਿਉਂਦੇ ਰਹਿਣ ਲਈ ਤਾਂ ਇੰਨੀ ਕੀ ਤੈਨੂੰ ਜ਼ਰੂਰਤ ਹੈ। ਹਾਂ, ਇਹਦੂ ਅੱਗੇ ਤੇਰੇ ਸ਼ੌਕ ਨੇ ਵੀ ਤੂੰ ਬ੍ਰੇਕਫਾਸਟ ਕਾਹਦੇ ਨਾਲ ਕਰਨਾ ਹੈ, ਤੁਹਾਨੂੰ ਸ਼ੌਕ ਹੈ ਨਾ ਵੀ ਕਿਹੜੇ ਸਟਾਰ 'ਚ ਬਹਿ ਕੇ ਖਾਣਾ ਹੈ। 7 ਸਟਾਰ ਹੋਣਾ ਚਾਹੀਦਾ ਕਿ 5 ਸਟਾਰ ਹੋਣਾ ਚਾਹੀਦਾ? ਲੰਚ ਕਿੱਥੇ ਕਰਨਾ ਹੈ, ਡਿਨਰ ਕਿੱਥੇ ਕਰਨਾ? ਇਹ ਸ਼ੌਕ ਹੈ। ਲੋੜ ਕੀ ਹੈ? ਲੋੜ ਤੇ 1 ਕੌਲੀ ਦਾਲ ਦੀ ਤੇ 2 ਸੁੱਕੇ ਪ੍ਰਸ਼ਾਦੇ, ਜਿਹੜੇ ਆਪਾਂ ਸਾਰਿਆਂ ਨੇ ਕੋਵਿਡ ਵਿੱਚ ਖਾਧੇ ਨੇ, ਔਰ ਨਤੀਜਾ ਬੜਾ ਵਧੀਆ ਸੀ। ਕਿਸੇ ਨੂੰ ਬੁਖਾਰ ਨਹੀਂ ਹੋਇਆ, ਕਿਸੇ ਨੂੰ ਖਾਂਸੀ ਨਹੀਂ ਹੋਈ, ਕਿਸੇ ਨੂੰ ਜ਼ੁਕਾਮ ਨਹੀਂ ਹੋਇਆ, ਕੋਈ ਡਾਕਟਰ ਕੋਲ ਨਹੀਂ ਗਿਆ। ਵੱਡੇ ਵੱਡੇ ਹਸਪੀਟਲਾਂ ਦੀ OPD ਬੰਦ ਹੋ ਗਈ। ਰੱਬ ਨੇ ਇੱਕ ਨਵਾਂ ਸਾਨੂੰ ਐਕਸਪੀਰੀਅੰਸ ਕਰਵਾਇਆ, ਤਜਰਬਾ ਕਰਵਾਇਆ ਕਿ ਵੇਖ ਭਾਈ ਇੱਦਾਂ ਤੂੰ ਰਹਿ ਸਕਦਾ, ਇੱਦਾਂ ਜੀਉ ਸਕਦਾ, ਇੱਦਾਂ ਵੀ ਤੇਰਾ ਟਾਈਮ ਪਾਸ ਹੋ ਸਕਦਾ। ਨਹੀਂ ਤਾਂ ਅੱਜ ਸਾਰਿਆਂ ਨੂੰ ਇਹੀ ਹੈ, ਨਹੀਂ ਜੀ ਖਰਚੇ ਹੀ ਬੜੇ ਨੇ ਜੀ, ਪੂਰੇ ਕਿੱਥੋਂ ਕਰਨੇ ਨੇ? ਖਰਚੇ ਨਹੀਂ, ਤੇਰੇ ਸ਼ੌਕ ਨੇ। ਇਹਨਾਂ ਨੂੰ ਖਰਚੇ ਨਾ ਕਹਿ, ਇਹ ਤੇਰੇ ਸ਼ੌਕ ਨੇ ਵੀ ਤੂੰ ਕਿਹੜੀ ਕਰੀਮ ਲਾਉਣੀ ਹੈ, ਤੇ ਇੱਕ ਸ਼ੌਕ ਹੈ। ਲਾ ਕੇ ਤੇ ਸਰੋਂ ਦਾ ਤੇਲ ਵੀ ਕੰਮ ਚੱਲ ਸਕਦਾ ਹੈ। ਸਾਡੇ ਬਜ਼ੁਰਗ ਨਹਾਉਣ ਤੋਂ ਪਹਿਲਾਂ ਤੇਲ ਦੀ ਮਾਲਿਸ਼ ਕਰ ਲੈਂਦੇ ਸੀ ਤੇ ਮੁੜ ਕੇ ਸਕਿਨ ਜਿਹੜੀ ਸੀ ਉਹ ਡਰਾਈ ਹੁੰਦੀ ਨਹੀਂ ਸੀ। ਹੁਣ ਇਹ ਉਸ ਤੋਂ ਅਗਲੇ ਤੇ ਸ਼ੌਕ ਨੇ ਨਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਗੋਰਖ ਤੇਰੀਆਂ ਇੱਛਾ ਨੇ ਮੇਰੀਆਂ ਇੱਛਾ ਪੂਰੀਆਂ ਹੋ ਗਈਆਂ ਨੇ, ਮੇਰੀਆਂ ਸਾਰੀਆਂ ਲੋੜਾਂ ਰੱਬ ਨੇ ਪੂਰੀਆਂ ਕਰ ਦਿੱਤੀਆਂ ਨੇ। ਹਾਂ, ਤੇਰੀ ਹੋ ਸਕਦੀ ਹੈ ਦੀਖਿਆ ਲੀਜੈ ਜੇ ਤੁਮ ਚਾਹੀ, ਪੂਰੋ ਮੈਂ ਚਿਤਵੋਂ ਮਨ ਮਾਹੀ। ਤੂੰ ਇੱਕ ਵਾਰੀ ਰੱਬ ਦੀ ਦੀਖਿਆ ਲੈ ਤੇ ਜੋ ਤੂੰ ਚਾਹੁੰਦਾ ਹੈ ਉਹ ਸਾਰਾ ਕੁਝ ਜੋ ਤੇਰੇ ਮਨ ਵਿੱਚ ਹੈ ਉਹ ਪੂਰਾ ਹੋ ਜਾਏਗਾ। ਵੇਖੋ, ਜੀਵਨ ਦੀਆਂ ਲੋੜਾਂ ਥੋੜੀਆਂ ਨੇ, ਮਨ ਦੀਆਂ ਇੱਛਾ ਥੋੜੀਆਂ ਨਹੀਂ ਹੈ। ਜੀਵਨ ਦੀ ਭੁੱਖ ਬਹੁਤ ਥੋੜੀ ਹੈ, ਪਰ ਮਨ ਦੀ ਭੁੱਖ, ਇਹਦਾ ਤੇ ਅੰਤ ਹੀ ਕੋਈ ਨਹੀਂ ਹੈ, ਕੋਈ ਸੀਮਾ ਹੀ ਨਹੀਂ ਹੈ। ਜੀਵਨ ਦੀ ਭੁੱਖ ਬੜੀ ਥੋੜੀ ਹੈ। 600-700 ਗ੍ਰਾਮ ਤੋਂ ਵੱਧ ਕੋਈ ਬੰਦਾ ਇੱਕ ਟਾਈਮ ਖਾ ਨਹੀਂ ਸਕਦਾ, ਭਾਵੇਂ ਜੋ ਮਰਜ਼ੀ ਹੋਵੇ। ਭੁੱਖ ਤੇ ਇੰਨੀ ਕੀ ਹੈ, ਪਰ ਇੱਛਾ ਇੰਨੀ ਹੈ ਵੀ ਫਰਿੱਜ ਵੀ ਭਰੀ ਪਈ ਹੈ, ਇੱਕ ਸਟੋਰ ਵੀ ਭਰਿਆ ਪਿਆ ਹੈ, ਤੇ ਕਈ ਚੀਜ਼ਾਂ ਦੇ ਆਰਡਰ ਵੀ ਕੀਤੇ ਹੋਣੇ, ਉਹਨਾਂ ਦੀ ਡਿਲੀਵਰੀ ਆਉਣ ਵਾਲੀ ਹੋਣੀ ਹੈ। ਇਹ ਭੁੱਖ ਹੈ, ਇਹ ਤੁਹਾਡੇ ਮਨ ਦੀ ਭੁੱਖ ਹੈ, ਸਰੀਰ ਦੀ ਭੁੱਖ ਨਹੀਂ ਹੈ। ਸਤਿਗੁਰੂ ਕਹਿਣ ਲੱਗੇ ਤੇਰੇ ਮਨ ਦੀਆਂ ਭੁੱਖਾਂ ਵੀ ਪੂਰੀਆਂ ਹੋ ਸਕਦੀਆਂ ਨੇ, ਕਿਉਂਕਿ ਇੱਕ ਪਰਮਾਤਮਾ ਹੀ ਹੈ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਹੁਣ ਨਾਮ ਜਿਨ ਕੇ ਮਨ ਵਸਿਆ, ਹੁਣ ਜਿਨ੍ਹਾਂ ਦੇ ਹਿਰਦੇ ਵਿੱਚ ਇਹ ਦਾਤ ਵਸੇਗੀ ਤੇ ਭਾਈ ਸੰਗੀਤ ਦੀਆਂ ਧੁਨੀਆਂ ਤੇ ਉੱਥੇ ਹੀ ਨੇ, ਆਨੰਦ ਉੱਥੇ ਹੀ ਹੈ, ਸਤ ਸੰਤੋਖ ਵੀ ਉੱਥੇ ਹੀ ਹੈ। ਹਾਂਜੀ, ਜੀ ਮੰਗੋ ਹਮ ਟਿਗ ਕਰ ਤਾਰਾ, ਤੁਝੈ ਦਿਵਾਵੈ ਕਰੋ ਉਚਾਰਾ। ਜੇ ਮੰਗੋ, ਜੇ ਤੁਸੀਂ ਮੰਗੋ, ਹਮ ਢਿਗ ਕਰਤਾਰਾ, ਗੋਰਖ ਮੇਰੇ ਕੋਲ ਰੱਬ ਹੈ। ਜਿਵੇਂ ਕੋਈ ਕਹਿੰਦਾ ਨਾ ਵੀ ਮੇਰੇ ਕੋਲੇ ਮੈਡੀਕਲ ਸਟੋਰ ਹੈ, ਮੇਰੇ ਕੋਲੇ ਕੋਈ ਸ਼ੋਰੂਮ ਹੈ, ਮੇਰੇ ਕੋਲੇ ਕੋਈ ਬਹੁਤ ਵੱਡੀ
कोई फैक्ट्री है, मैं तुहानूं हर चीज़ बना देंगा। सतगुरु कहते मेरे कोल रब है। हुण इस शब्द नूं फिर सुनना कि जे तू कुछ मंगे जे मांगो हम ढिग करतारा। कहते मेरे कोल करतार है, मेरे कोल रब है। तुझे दवावें करो उचारा, ते मैं असी रब नूं तेरी सिफारिश कर देंगे तो तैनूं सारा कुछ ही मिल जाएगा। तू जो मंगेगा रब दे घर तो तैनूं दवा देंगे, ते तू चाहें तो दीखिया लै सकदा है भाई। रही साडी गल, साडियां तो इच्छा रब ने पूरियां करके भेजे है, कोई इच्छा है ही नहीं। हाँ जी। सुन तूषण गोरख पयो, बोले हो बचन न कोए। गुरु गोरख चुप कर गया, क्योंकि ਉਹਦੇ ਕੋਲੇ ਹੁਣ कोई उत्तर नहीं है। असल ਵਿੱਚ ਜਿਹਨੂੰ ਆਪਾਂ ਕਹਿੰਦੇ ਨੇ ਵੀ ਵਰਡ ਖਤਮ ਹੋ ਗਿਆ, ਸੱਚੀ ਮੁੱਚੀ ਉਹਦੇ ਸ਼ਬਦ ਹੀ ਖਤਮ ਹੋ ਗਏ। ਹੁਣ ਕੀ ਕਵੇ ਗੁਰੂ ਨਾਨਕ ਨੂੰ? ਗੁਰੂ ਨਾਨਕ ਨੂੰ ਕਹਿੰਦਾ ਜੀ ਮੈਂ ਤੁਹਾਡੀਆਂ ਇੱਛਾ ਪੂਰੀਆਂ ਕਰ ਦਿੰਦਾ। ਸਤਿਗੁਰੂ ਕਹਿੰਦੇ ਸਾਡੀਆਂ ਤੇ ਰੱਬ ਨੇ ਕਰ ਦਿੱਤੀਆਂ ਨੇ, ਤੂੰ ਦੱਸ ਤੇਰੀਆਂ ਰਹਿੰਦੀਆਂ ਨੇ ਤਾਂ ਅਸੀਂ ਰੱਬ ਤੋਂ ਤੇਰੀਆਂ ਵੀ ਕਰਾ ਦਿੰਨੇ ਆ ਪੂਰੀਆਂ। ਹੁਣ ਗੁਰੂ ਗੋਰਖ ਨੇ ਚੁੱਪ ਧਾਰਨ ਕਰ ਲਈ, ਬੋਲਣ ਤੋਂ ਚੁੱਪ ਕਰ ਗਿਆ। ਹਾਂਜੀ। ਹਿਰਦੈ ਮਨੋਰਥ ਮਿਟ ਗਇਓ, ਜਲ ਤਰੰਗ ਜਿਉ ਸੋਏ। ਇੱਥੋਂ ਤੱਕ ਕਿ ਉਹਦੇ ਮਨ ਦੇ ਮਨੋਰਥ ਗੁਰੂ ਨੇ ਖਤਮ ਕਰ ਦਿੱਤੇ। ਜਿਵੇਂ ਕਿਸੇ ਵੇਲੇ ਪਾਣੀ 'ਚ ਤਰੰਗਾਂ ਉੱਠਦੀਆਂ ਨੇ, ਤੇ ਜੇ ਪਾਣੀ ਸ਼ਾਂਤ ਹੋ ਜਾਏ ਤੇ ਤਰੰਗਾਂ ਜਨਮ ਹੀ ਨਹੀਂ ਲੈ ਸਕਦੀਆਂ। ਜਿਹੜੀਆਂ ਪਾਣੀ ਦੀਆਂ ਸਮੁੰਦਰ ਦੇ ਜਿਹੜੇ ਵਿੱਚ ਜਿਹੜਾ ਜਵਾਰ ਭਾਟਾ ਆਉਂਦਾ ਹੈ, ਉਹ ਸਮੁੰਦਰ 'ਚੋਂ ਆਉਂਦਾ ਹੈ। ਜੇ ਸਮੁੰਦਰ ਦਾ ਪਾਣੀ ਉਛਲਣਾ ਨਾ ਉਛਲੇ ਤੇ ਤਰੰਗਾਂ ਪੈਦਾ ਹੀ ਨਹੀਂ ਹੋ ਸਕਦੀਆਂ। ਜਿਵੇਂ ਪਾਣੀ ਸ਼ਾਂਤ ਹੋਵੇ ਤੇ ਤਰੰਗਾਂ ਮਿਟਦੀਆਂ ਨੇ, ਇਵੇਂ ਗੁਰੂ ਗੋਰਖ ਦਾ ਮਨ ਜਿਹੜਾ ਸੀ ਉਹ ਸ਼ਾਂਤ ਹੋ ਗਿਆ। ਹਾਂਜੀ। ਬਾਣੀ ਮੰਗਲ ਨਾਥ ਅਲਾਈ, ਗੋਰਖ ਨਾਥ ਸੁਣੋ ਸਿਧ ਰਾਈ। ਹੁਣ ਮੰਗਲ ਨਾਥ ਜਿਹੜਾ ਇੱਕ ਚੰਗੀ ਸੋਚ ਵਾਲਾ, ਚੰਗੇ ਜੀਵਨ ਵਾਲਾ ਇੱਕ ਜੋਗੀ ਸੀ, ਨਾਥ ਸੀ। ਉਹਨੇ ਆਪਣੇ ਗੁਰੂ ਗੋਰਖ ਨੂੰ ਸੰਬੋਧਨ ਹੋ ਕੇ ਬੋਲਣਾ ਕੀਤਾ। ਹਾਂਜੀ। ਨਾਨਕ ਕੋ ਦੀਨੋ ਉਪਦੇਸ਼ਾ, ਤੁਮਰੋ ਭਲੋ ਲੀਏ ਹੈ ਬੇਸਾ। ਕਹਿਣ ਲੱਗਾ ਜੀ ਨਾਨਕ ਨੂੰ ਉਪਦੇਸ਼ ਦੇ ਲਿਆ। ਉਹਨੇ ਨਾ ਜਿਵੇਂ ਉਹ ਕਿਸੇ ਨੂੰ ਟਾਂਚ ਕਰੀਦੀ ਹੈ ਨਾ, ਕਿਸੇ ਨੂੰ ਨਹੋਰਾ ਦਈਦਾ, ਕਿਸੇ ਨੂੰ ਮਿਹਣਾ ਜਿਹਾ ਮਾਰੀਦਾ। ਕਹਿਣ ਲੱਗਾ ਜੀ ਦੇ ਲਿਆ ਉਪਦੇਸ਼। ਨਾਨਕ ਕੋ ਦੀਨੋ ਉਪਦੇਸ਼ਾ ਤੇ ਤੁਮਰੋ ਭਲੋ ਲੀਏ ਹੈ ਬੇਸਾ। ਹਾਂ ਵੇਖ ਲਿਆ ਜੀ, ਹੁਣ ਤੁਹਾਡੇ ਵਾਲੀ ਇਹਨੇ ਸੁਆਹ ਵੀ ਮਲ ਲਈ ਹੈ, ਲੰਗੋਟੀ ਵੀ ਲਾ ਲਈ ਹੈ, ਜੜਾਵਾਂ ਵੀ ਰੱਖ ਲਈਆਂ ਨੇ, ਸਿੰਗੀ ਵੀ ਵਜਾ ਦਿੱਤੀ ਹੈ। ਉਹਦਾ ਕਹਿਣ ਦਾ ਭਾਵ ਇਹ ਸੀ ਵੀ ਮਹਾਰਾਜ ਜੀ ਠੰਡ ਪੈ ਗਈ, ਵੀ ਹੁਣ ਟਿਕੋਗੇ ਕਿ ਨਹੀਂ ਟਿਕੋਗੇ। ਮੈਂ ਤੁਹਾਨੂੰ ਕਹੀ ਜਾਣਾ, ਮੰਗਲ ਨਾਥ ਬਾਰੇ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਕਿਹਾ ਸੀ, ਮਰਦਾਨਿਆ ਇਹ ਜੋਗੀਆਂ ਵਿੱਚ ਸਭ ਤੋਂ ਸਿਰਮੌਰ ਹੈ, ਇਹ ਸਭ ਤੋਂ ਸ਼੍ਰੋਮਣੀ ਹੈ। ਹੁਣ ਫਿਰ ਉਹਨੇ ਗੁਰੂ ਗੋਰਖ ਨੂੰ ਕਿਹਾ ਵੀ ਇੰਨੇ ਦਿਨਾਂ ਦਾ ਜੋ ਵਕਤਾ ਪਾਇਆ ਹੋਇਆ ਹੈ ਤੇ ਨਿਕਲਿਆ ਕੀ ਇਹਦੇ ਚੋਂ? ਕੁਝ ਵੀ ਨਹੀਂ। ਦੇਖੋ ਹਿੰਦੁਸਤਾਨ ਦੀ ਤੇ ਵਿਦੇਸ਼ ਦੀ ਪੜ੍ਹਾਈ 'ਚ ਇੱਕ ਫਰਕ ਹੈ। ਇੱਥੇ ਕੋਈ ਟੀਚਰ ਤੁਹਾਡੇ ਬੱਚੇ ਦੀ ਜਿਹੜੀ ਮਾਰਕ ਲਿਸਟ ਹੈ ਉਹਦੇ ਉੱਪਰ ਕੋਈ ਲਿਖਦਾ ਨਹੀਂ ਹੈ, ਵਿਦੇਸ਼ ਵਿੱਚ ਲਿਖਦੇ ਨੇ। ਉਹ ਸਾਲੋ ਸਾਲ ਬੱਚੇ ਜਦੋਂ ਟੀਚਰ ਬੱਚਿਆਂ ਨਾਲ ਅਟੈਚ ਹੁੰਦੇ ਨੇ ਤੇ ਉਹ ਬੱਚਿਆਂ ਦੀ ਹੈਬਿਟ ਕੀ ਹੈ, ਬੱਚਿਆਂ ਦੇ ਗੋਲ ਕੀ ਨੇ, ਸੁਭਾਅ ਕੀ ਹੈ, ਬੱਚੇ ਚਾਹੁੰਦੇ ਕੀ ਨੇ, ਬੱਚਿਆਂ ਦੀ ਨੇਚਰ ਕੀ ਹੈ, ਉਹਨਾਂ ਦਾ ਸ਼ੌਕ ਕੀ ਹੈ, ਉਹ ਬਕਾਇਦਾ ਉਹਨਾਂ ਦੀ ਮਾਰਕ ਲਿਸਟ ਤੇ ਲਿਖਦੇ ਨੇ ਵੀ ਇਹ ਬੱਚਾ ਇੰਜੀਨੀਅਰ ਬਣੇਗਾ, ਇਹ ਬੱਚਾ ਪ੍ਰੋਫੈਸਰ ਬਣੇਗਾ, ਇਹ ਬੱਚਾ ਡਾਕਟਰ ਬਣੇਗਾ, ਇਹ ਬੱਚਾ ਵਿਗਿਆਨੀ ਬਣੇਗਾ। ਇਹ ਸਤਿਗੁਰੂ ਦੀ ਬਾਣੀ 'ਚ ਵੀ ਲਿਖਿਆ ਹੈ, ਹੋਣਹਾਰ ਬਾਰਕ ਕੇ ਚਿਕਨੇ ਚਿਕਨੇ ਪਾਤ। ਬਚਪਨ ਤੋਂ ਬੱਚੇ ਦੇ ਲੱਛਣ ਜਿਹੜੇ ਨੇ ਉਹ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ।
ਤੁਸੀਂ ਵੇਖਿਆ ਹੋਵੇਗਾ ਕਈ ਬੱਚੇ ਤੁਹਾਡੇ ਘਰ 'ਚ ਮਹੱਲੇ 'ਚ ਐਸੇ ਵੀ ਪੈਦਾ ਹੋਏ ਨੇ ਕਿ ਜਿਹੜੇ ਬੱਚਿਆਂ ਨੇ ਕਦੇ ਮਾਂ-ਪਿਓ ਨੂੰ ਦੁੱਖ ਦਿੱਤਾ ਹੀ ਨਹੀਂ ਤੇ ਅਮੂਮਨ ਨਵੇਂ ਜੰਮੇ ਬੱਚੇ ਰਾਤ ਨੂੰ ਸੌਂਦੇ ਨਹੀਂ, ਮਾਂ-ਪਿਓ ਪੁੱਠੇ ਟੰਗੇ ਹੁੰਦੇ ਉਹਨਾਂ ਨੇ। ਹੁਣ ਤੁਸੀਂ ਹਿਸਾਬ ਲਾ ਲਓ ਵੀ ਵੱਡੇ ਹੋ ਕੇ ਕੀ ਕਰਨਗੇ। ਕਈ ਏਡੇ ਸੰਤੋਖੀ ਬੱਚੇ ਹੁੰਦੇ ਨੇ ਕਿ ਉਹਨਾਂ ਨੂੰ ਕੋਈ ਬੰਦਾ ਵੀ ਚੁੱਕ ਲੈਂਦਾ ਹੈ, ਤੇ ਕਈ ਐਸੇ ਹੁੰਦੇ ਨੇ ਵੀ ਤੁਸੀਂ ਹੱਥ ਲਾਇਆ ਨਹੀਂ ਤਾਂ ਉਹਨੇ ਚੀਕ ਮਾਰੀ ਨਹੀਂ। ਹੁਣ ਜਿਹੜਾ ਆਪਣੇ ਆਪ ਨੂੰ ਹੱਥ ਨਹੀਂ ਲਾਉਣ ਦਿੰਦਾ, ਤੁਸੀਂ ਸੋਚਦੇ ਕੱਲ ਨੂੰ ਸਕੂਟਰ ਨੂੰ ਹੱਥ ਲਾਉਣ ਦੇਊਗਾ ਤੁਹਾਨੂੰ? ਉਹਨੇ ਨਹੀਂ ਕਿਸੇ ਨੂੰ ਨੇੜੇ ਲੱਗਣ ਦੇਣਾ। ਬਚਪਨ ਤੋਂ ਹੀ ਬੱਚੇ ਦੇ ਲੱਛਣ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਹੋਣਗੇ। ਤੁਸੀਂ ਵੇਖਿਓ ਇੱਕ ਬੱਚੇ ਖੇਡਦੇ ਨੇ ਨਾ, ਸਾਰੇ ਬੱਚਿਆਂ 'ਚ ਸਾਰੇ ਬੱਚੇ ਲੀਡਰ ਨਹੀਂ ਹੁੰਦੇ, ਭਾਵੇਂ ਛੋਟੀਆਂ ਧੀਆਂ ਹੋਣ ਭਾਵੇਂ ਛੋਟੇ ਪੁੱਤਰ ਹੋਣ। ਤੁਸੀਂ ਵੇਖਿਓ ਉਹਨਾਂ ਬੱਚਿਆਂ ਦਾ ਇੱਕ ਰਿੰਗ ਲੀਡਰ ਹੋਏਗਾ, ਬਸ ਇਹ ਸਮਝ ਲੈਣਾ ਵੀ ਇਹਦੇ 'ਚ ਲੀਡਰਸ਼ਿਪ ਹੈਗੀ ਹੈ। ਉਹ ਖੇਡਣ ਤੋਂ ਤੁਰਿਆ ਹੈ, ਸਕੂਲ 'ਚ ਵੀ ਇੱਦਾਂ ਹੀ ਹੋਏਗਾ, ਉਹਦੇ ਮਗਰ 4 ਬੱਚੇ ਤੁਰਨਗੇ। ਕਾਲਜ ਜਾਏਗਾ ਉੱਥੇ ਵੀ ਇੱਦਾਂ ਹੀ ਹੋਏਗਾ, ਜਦੋਂ ਬਾਹਰ ਨਿਕਲੇਗਾ ਉੱਥੇ ਵੀ 10 ਬੰਦੇ ਉਹਨੂੰ ਮਗਰ ਲਾ ਕੇ ਤੁਰ ਪੈਣਾ ਹੈ। ਹੋਰ ਕੋਈ ਨੇਤਾਗਿਰੀ ਦੇ ਕੋਈ ਇੰਜੈਕਸ਼ਨ ਤਾਂ ਨਹੀਂ ਲੱਗਦੇ, ਇਹ ਅੰਦਰ ਹੀ ਜਰਮ ਪੈਦਾ ਹੁੰਦੇ ਨੇ। ਉਹ ਆਸਾ ਪਾਸਾ ਮਾਰ ਕੇ ਲੋਕ ਇਹਦੇ ਲੀਡਰ ਬਣ ਜਾਂਦੇ ਨੇ। ਕਿ ਸਿੱਖ ਮਿਸਲਾਂ ਦੇ ਵਿੱਚ ਪਹਿਲਾਂ ਬੱਚੇ ਨਹੀਂ ਸੀ ਹੈਗੇ ਸੀ, ਪਰ ਇੱਕ ਮਹਾਰਾਜਾ ਰਣਜੀਤ ਸਿੰਘ ਇੱਕ ਐਸਾ ਬੱਚਾ ਹੈ ਜਿਹਦੀ ਪਿਤਾ ਦੀ ਉਮਰ 7 ਸਾਲ ਦੀ ਉਮਰ, ਪਿਤਾ ਦੀ ਮੌਤ 7 ਸਾਲ ਦੀ ਉਮਰ 'ਚ ਹੁੰਦੀ ਹੈ। ਤੇ ਹੁਣ ਇਸ ਤੋਂ ਅਗਲੀ ਗੱਲ ਸੁਣ ਲਓ, 17 ਸਾਲਾਂ ਦੇ ਇਹਨੇ ਲਾਹੌਰ ਜਿੱਤ ਲਿਆ ਸੀ। 7 ਸਾਲਾਂ ਦਾ ਬੱਚਾ ਹੋਵੇ ਤੇ ਪਿਓ ਮਰ ਜਾਏ, ਤੇ 17 ਸਾਲਾਂ ਦਾ ਹੋਵੇ ਤੇ ਲਾਹੌਰ ਫਤਿਹ ਕਰ ਲਵੇ। ਹੁਣ ਤੁਸੀਂ ਕੀ ਸੋਚਦੇ ਵੀ ਇਹ ਕਿਸੇ ਨੇ ਉਹਨੂੰ ਪੜ੍ਹਾਇਆ ਹੋਏਗਾ? ਨਾ, ਬਚਪਨ ਜਨਮ ਤੋਂ ਹੀ ਪਰਮਾਤਮਾ ਨੇ ਐਸੇ ਸੰਸਕਾਰ ਹਰ ਇੱਕ ਵਿੱਚ ਪਾਏ ਨੇ। ਕਈ ਬੱਚੇ ਪ੍ਰਾਹੁਣੇ ਆਇਆ ਤੇ ਗੱਲਾਂ ਨਹੀਂ ਕਰ ਸਕਦੇ, ਕਈ ਬੱਚੇ ਸਕੂਲਾਂ 'ਚ ਜਾ ਕੇ ਤੇ ਸਪੀਚ ਕਰਦੇ ਨੇ, ਸਟੇਜਾਂ ਤੇ ਕਰਦੇ ਨੇ, ਗੁਰਦੁਆਰਿਆਂ ਵਿੱਚ ਕਰਦੇ ਨੇ। ਕਈ ਬੱਚਿਆਂ ਤੋਂ ਸਾਰੀ ਉਮਰ ਘਰਦਿਆਂ ਤੋਂ ਪੈਸੇ ਮੰਗਣੇ ਵੀ ਨਹੀਂ ਆਉਂਦੇ। ਇਹ ਸੁਭਾਅ ਜਿਹੜੇ ਨੇ ਪਰਮਾਤਮਾ ਬਣਾਉਂਦਾ ਹੈ। ਮੰਗਲਨਾਥ ਜਿਹੜਾ ਸੀ ਉਹਨੇ ਫਿਰ ਹੁਣ ਗੁਰੂ ਗੋਰਖ ਨੂੰ ਪੁੱਛਿਆ ਵੀ ਠੰਡ ਪੈ ਗਈ, ਵੀ ਤੂੰ ਨੂੰ ਇੱਕੋ ਪਾਠ ਪੜ੍ਹਿਆ ਵੀ ਸਾਰੇ ਮੇਰੇ ਹੀ ਚੇਲੇ ਹੋਣੇ ਚਾਹੀਦੇ ਨੇ। ਕਹਿੰਦਾ ਵੀ ਪਵਾਲੀ ਲੰਗੋਟੀ ਨਾਨਕ ਨੂੰ, ਪਿਆਲਿਆ ਪਿਆਲਾ। ਉਹਨੂੰ ਇਹ ਲੱਗਦਾ ਸੀ ਵੀ ਮੈਂ ਗੁਰੂ ਹਾਂ ਤੇ ਸਭ ਮੇਰੇ ਹੀ ਚੇਲੇ ਹੋਣੇ ਚਾਹੀਦੇ ਨੇ। ਇਹ ਗੱਲ ਠੀਕ ਨਹੀਂ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਸਾਰੀ ਜ਼ਿੰਦਗੀ 2 ਹਸਬੈਂਡ ਵਾਈਫ ਦੀ ਲੜਾਈ ਦਾ ਕਾਰਨ ਕੀ ਹੈ? ਘਰ ਵਾਲਾ ਕਹਿੰਦਾ ਵੀ ਮੈਂ ਤੈਨੂੰ ਹੁਕਮ ਬਣਾ ਕੇ ਵਿਖਾਵਾਂਗਾ, ਤੇ ਘਰ ਵਾਲੀ ਕਹਿੰਦੀ ਮੈਂ ਤੈਨੂੰ ਜੇਬ 'ਚ ਪਾ ਕੇ ਵਿਖਾਵਾਂਗੀ। ਉਹ ਫਿਰ ਬਾਬਿਆਂ ਨੂੰ ਵੀ ਮੰਨਣ ਚਲੀ ਜਾਂਦੀ ਚੋਰੀ ਚੋਰੀ। ਉਹ ਫਿਰ ਧਾਗੇ ਤਵੀਤ ਵੀ ਲਿਆ ਕੇ ਕਦੇ ਸਰਾਣੇ ਘਰ ਵਾਲਾ ਸੁੱਤਾ ਪਿਆ ਉਹਦੇ ਪਤਾਸੇ ਰੱਖ ਦੂਗੀ ਲਿਆ ਕੇ, ਵੀ ਸ਼ਾਇਦ ਸਵੇਰੇ ਉੱਠ ਕੇ ਮੈਨੂੰ ਕਵੇ ਵੀ ਬੀਬੀ ਜੀ ਸਤਿ ਸ੍ਰੀ ਅਕਾਲ। ਵੀ ਇੱਦਾਂ ਘਰ ਵਾਲੇ ਬਸ ਆਉਂਦੇ ਨੇ ਪਤਾਸਿਆਂ ਨਾਲ। ਅਸੀਂ ਇੱਕ ਦੂਜੇ ਦਾ ਸਨਮਾਨ ਕਰੀਏ, ਘਰ ਸਵਰਗ ਹੋ ਸਕਦਾ ਹੈ। ਪਰ ਇੱਕ ਦੂਜੇ ਨੂੰ ਘੁਮਾਉਣ ਦੀ ਕੋਸ਼ਿਸ਼ ਕਰਾਂਗੇ ਤੇ ਘਰ ਹੀ ਨਰਕ ਬਣੇਗਾ, ਗੁਆਂਢੀਆਂ ਦਾ ਤੇ ਬਣੇਗਾ ਨਹੀਂ। ਸਨਮਾਨ ਕਰੋ ਇੱਕ ਦੂਜੇ ਦਾ। ਪਰਮਾਤਮਾ ਨੇ ਕੋਈ ਕਿਸੇ ਵਰਗਾ ਪੈਦਾ ਨਹੀਂ ਕੀਤਾ। ਇੰਨੀ ਗੱਲ ਗੁਰਦੁਆਰੇ ਆਉਂਦਿਆਂ ਸਮਝ ਆ ਜਾਏ ਤੇ ਤੁਹਾਨੂੰ ਰਹਿਣਾ ਆ ਜਾਏਗਾ ਭਾਈ, ਕਿ ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਤੇ ਜਦੋਂ ਕੋਈ ਕਿਸੇ ਵਰਗਾ ਨਹੀਂ ਹੈਗਾ ਤੇ ਕੋਈ ਕਿਸੇ ਵਰਗਾ ਕਿਵੇਂ ਹੋ ਸਕਦਾ? ਤੁਸੀਂ ਕਿਵੇਂ ਕਰ ਲੋਗੇ ਭਾਈ? ਸਭ ਦੀ ਪਰਮਾਤਮਾ ਨੇ ਸ਼ਕਲ, ਅਕਲ, ਭਾਗ, ਕਰਮ ਸਭ ਵੱਖਰੇ ਵੱਖਰੇ ਬਣਾਏ ਨੇ। ਤੇ ਫਿਰ ਤੇ ਕੋਈ ਗੱਲ ਹੈ ਵੀ ਆਪਾਂ ਨੂੰ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਸਮਝ ਕੇ, ਆਪਣੇ ਆਪ ਨੂੰ ਸਮਝਾ ਕੇ ਆਪਣੀ ਜ਼ਿੰਦਗੀ ਨੂੰ ਸਵਰਗ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹਨੂੰ ਅੰਗਰੇਜ਼ੀ ਦਾ ਇੱਕ ਬੜਾ ਵਧੀਆ ਸ਼ਬਦ ਹੈ ਵੀ ਇੱਕ ਅੰਡਰਸਟੈਂਡਿੰਗ ਪੈਦਾ ਕਰ ਲਓ, ਕੋਈ ਚੱਕਰ ਹੀ ਨਹੀਂ ਹੈਗਾ। ਪਰ ਜੇ ਆਪਾਂ ਕਹੀਏ ਕਿ ਮੈਂ ਤੁਹਾਡੇ ਤੇ ਓਵਰ ਰੂਲਿੰਗ ਕਰਨੀ, ਤੁਸੀਂ ਕਹੋ ਜੀ ਅਸੀਂ ਤੇਰੇ ਤੇ ਕਰਨੀ ਹੈ, ਤੇ ਫਿਰ ਤਾਂ ਭਾਈ ਇਹਦੇ 'ਚ ਨੁਕਸਾਨ ਘਰ ਦਾ ਹੋਏਗਾ, ਸੁੱਖ ਸ਼ਾਂਤੀ ਦਾ ਹੋਏਗਾ, ਪੀਸ ਉੱਡ ਜਾਏਗਾ, ਖੁਸ਼ੀਆਂ ਉੱਡ ਜਾਣਗੀਆਂ। ਔਰ ਪਤਾ ਨਹੀਂ ਇਸ ਜਿਹੜੇ ਰੋਜ਼ ਤਾਰਾਂ ਸਪਾਰਕ ਹੋਣਗੀਆਂ ਇਹਦਾ ਕਰੰਟ ਕਿੱਥੋਂ ਤੱਕ ਜਾਏਗਾ, ਤੇ ਇਹ ਅਗਰ ਅੱਗ ਲੱਗੀ ਤੇ ਧੂੰਆਂ ਕਿੱਥੋਂ ਤੱਕ ਪਹੁੰਚੇਗਾ, ਵਾਹਿਗੁਰੂ ਜਾਣੇ। ਫਿਰ ਪਰ ਆਪਾਂ ਹਟਦੇ ਨਹੀਂ ਆ।
ਅੱਜ ਤੋਂ ਬਾਅਦ ਤੁਸੀਂ ਆਪਣੇ ਘਰ ਵਿੱਚ ਜ਼ਰੂਰ ਵੇਖਣਾ ਕਿ ਤੁਹਾਡੇ ਘਰ ਦੀ ਅਗਰ ਸੁੱਖ ਸ਼ਾਂਤੀ ਨਹੀਂ ਹੈ ਤਾਂ ਉਹਦਾ ਕਾਰਨ ਇਹ ਹੈ। ਪਰ ਆਪਾਂ ਇਹ ਦੂਜੀ ਦੌੜ 'ਚ ਲੱਗੇ ਹੋਏ ਪਿੱਛੇ 4 ਲੱਖ ਰੁਪਈਆ ਹੋਰ ਆ ਗਿਆ ਤੇ ਸੁੱਖ ਸ਼ਾਂਤੀ ਥੱਲੇ ਸਾੜ ਸਤੀ ਦੱਬ ਜਾਏਗੀ, ਸੁੱਖ ਸ਼ਾਂਤੀ ਆ ਜਾਏਗੀ ਨਾ। ਅਗਰ ਸੁੱਖ ਸ਼ਾਂਤੀ ਲੈਣੀ ਹੈ ਤੇ ਗੁਰਬਾਣੀ ਦੇ ਗੁਣ ਧਾਰਨ ਕਰੋ। ਹਾਂ, ਦੁਨੀਆ ਦੀ ਐਸ਼ ਪ੍ਰਸਤੀ ਕਰਨੀ ਹੈ ਤਾਂ ਮਾਇਆ ਇਕੱਠੀ ਕਰੋ। ਹਾਂਜੀ। ਗੋਰਖ ਭਾਖੈ ਪਰਖੋਂ ਤਾਹੀ, ਘਟ ਸ਼ੂਸ਼ਾ ਕੇ ਪੂਰੋ ਆਹੀ। ਅੱਗੋਂ ਗੁਰੂ ਗੋਰਖ ਮੰਗਲਨਾਥ ਨੂੰ ਕਹਿਣ ਲੱਗਾ, ਮਤਲਬ ਹੈ ਤੇ ਉਹ ਵੀ ਗੁਰੂ ਸੀ ਨਾ, ਕਹਿਣ ਲੱਗਾ ਮੰਗਲਨਾਥ ਵੀ ਮੈਂ ਇਹਨੂੰ ਕੋਈ ਚੇਲਾ ਬਣਾਉਣ ਲਈ ਥੋੜਾ ਜ਼ੋਰ ਲਾ ਰਿਹਾ। ਕਹਿੰਦਾ ਹਾਂ, ਕਦ ਲਈ ਲਾ ਰਿਹਾ ਹੈ? ਕਹਿੰਦਾ ਮੈਂ ਤੇ ਵੇਂਦਾ ਸੀ ਵੀ ਇਹ ਘੜਾ ਭਰਿਆ ਹੋਇਆ ਕਿ ਸ਼ੂਸ਼ਾ ਹੈ, ਖਾਲੀ ਹੈ, ਅੱਧਾ ਭਰਿਆ, ਪੌਣਾ ਭਰਿਆ। ਮਤਲਬ ਹੁਣ ਦੂਜੇ ਪਾਸੇ ਤੁਰ ਪਿਆ ਕਿ ਵੀ ਮੈਂ ਤਾਂ ਗੁਰੂ ਨਾਨਕ ਸਾਹਿਬ ਦੀ ਟੈਸਟਿੰਗ ਕਰਦਾ ਸੀ, ਮੈਂ ਤਾਂ ਚੈੱਕ ਹੀ ਕਰਦਾ ਸੀ, ਮੈਂ ਤਾਂ ਵੇਖ ਹੀ ਰਿਹਾ ਸੀਗਾ। ਹਾਲਾਂਕਿ ਵੇਖ ਨਹੀਂ ਸੀ ਰਿਹਾ, ਉਹ ਤੇ ਜਦੋਂ ਹੱਥ ਨਹੀਂ ਪਹੁੰਚਿਆ ਤੇ ਉਹ ਦੂਜੇ ਪਾਸੇ ਤੁਰ ਪਿਆ ਕਿ ਨਹੀਂ ਜੀ ਮੈਂ ਤੇ ਕੋਈ ਗੁਰੂ ਨੇ ਚੇਲਾ ਨਹੀਂ ਸੀ ਬਣਾਉਣ ਲੱਗਾ, ਮੈਂ ਤੇ ਵੇਖਦਾ ਸੀਗਾ ਕਿ ਕੀ ਵਾਕਈ ਗੁਰੂ ਨਾਨਕ ਜਿਹੜਾ ਹੈ ਇਹ ਪੂਰਾ ਹੈ, ਪੂਰਾ ਹੈ ਕਿ ਅਧੂਰਾ ਹੈ, ਊਣਾ ਹੈ ਕਿ ਪੂਰਾ ਹੈ। ਹਾਂਜੀ। ਤੁਮਰੋ ਸਤ ਬਚਨ ਮੈਂ ਜਾਨਾ, ਜਸ ਉਚਰਿਓ ਤੈਸਾ ਪਹਿਚਾਨਾ। ਹੁਣ ਗੋਰਖ ਕਹਿੰਦਾ ਹੈ ਕਿ ਮੰਗਲਨਾਥ ਤੇਰੇ ਬਚਨ ਬਿਲਕੁਲ ਸੱਤ ਨੇ, ਤੂੰ ਜਿੰਨੀਆਂ ਗੱਲਾਂ ਕੀਤੀਆਂ ਸੀ ਉਹ ਬਿਲਕੁਲ ਸਹੀ ਨੇ, ਜਿਹੋ ਜਿਹਾ ਤੂੰ ਮੈਨੂੰ ਦੱਸਿਆ ਸੀ ਮੈਂ ਬਿਲਕੁਲ ਨਾਨਕ ਜੀ ਨੂੰ ਉਸੇ ਤਰ੍ਹਾਂ ਦਾ ਵੇਖਿਆ। ਇਹਨੂੰ ਗੁਰਬਾਣੀ ਦੇ ਸ਼ਬਦ ਇਹ ਨੇ ਕਿ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਜਿਹੋ ਜਿਹਾ ਤੁਸੀਂ ਗੁਰੂ ਨੂੰ ਸੁਣਦੇ ਹੋ, ਕਦੇ ਯਤਨ ਕਰੋ ਵੇਖੋ ਗੁਰੂ ਉਹੋ ਜਿਹਾ ਹੀ ਹੈ। ਹਾਂ ਭਾਈ, ਗੁਰੂ ਉਹੋ ਜਿਹਾ ਹੀ ਹੈ। ਗੁਰੂ ਸਭ ਨੂੰ ਪਿਆਰ ਕਰਦਾ ਹੈ, ਗੁਰੂ ਸਭ ਦੀਆਂ ਭੁੱਲਾਂ ਬਖਸ਼ ਦਿੰਦਾ ਹੈ, ਗੁਰੂ ਸਭ ਦੀਆਂ ਝੋਲੀਆਂ ਭਰਦਾ ਹੈ। ਗੁਰੂ ਦੀ ਨਜ਼ਰ ਵਿੱਚ ਕੋਈ ਅਮੀਰ ਗਰੀਬ ਨਹੀਂ ਹੈ, ਕੋਈ ਪੜ੍ਹਿਆ ਅਨਪੜ੍ਹਿਆ ਵੀ ਨਹੀਂ ਹੈ, ਕੋਈ ਬਿਮਾਰ ਤੰਦਰੁਸਤ ਵੀ ਨਹੀਂ ਹੈ। ਕੀ ਪਤਾ ਜਿਹੜਾ ਉਹਨੂੰ ਭਾ ਗਿਆ ਉਹ ਉਹਦੀ ਨਜ਼ਰ ਦਾ ਪਾਤਰ ਬਣ ਜਾਏਗਾ। ਇਹ ਜ਼ਰੂਰੀ ਨਹੀਂ ਕਿ ਜਿਹੜਾ ਅੱਗੇ ਮੱਥਾ ਟੇਕ ਗਿਆ ਉਹ ਸਭ ਕੁਝ ਲੈ ਜਾਏਗਾ, ਜਿਹੜਾ ਮਗਰੋਂ ਮੱਥਾ ਟੇਕੇਗਾ ਉਹਨੂੰ ਕੁਝ ਵੀ ਨਹੀਂ ਮਿਲੇਗਾ। ਉਹਦੇ ਘਰ ਦੇ ਭੰਡਾਰੇ ਭਰੇ ਪਏ ਨੇ ਭਾਈ, ਇੱਥੇ ਤੋਟਾ ਹੀ ਕੋਈ ਨਹੀਂ ਹੈ। ਇੱਥੇ ਜਿਸ ਵੇਲੇ ਵੀ ਗੁਰੂ ਨੂੰ ਸਿਮਰੋਗੇ, ਗੁਰੂ ਕੋਲ ਆਓਗੇ, ਸੱਚੇ ਪਾਤਸ਼ਾਹ ਤੁਹਾਡੀਆਂ ਝੋਲੀਆਂ ਭਰਨਗੇ। ਹਾਂਜੀ। ਪੂਰਨ ਪੁਰਖ ਗਿਆਨ ਘਨ ਰੂਪਾ, ਰਹਿਤ ਕਹਿਤ ਕੇ ਸਹਿਤ ਅਨੂਪਾ। ਇਹ ਪੂਰਨ ਹੈ, ਪੁਰਖ ਹੈ, ਇਹਦੇ ਵਿੱਚ ਗਿਆਨ ਹੈ, ਇਹ ਘਨ ਰੂਪ ਹੈ, ਇਹਦੇ ਵਿੱਚ ਕੋਈ ਕਮੀ ਨਹੀਂ ਹੈ। ਇਹ ਇੱਕ ਰਸ ਗਿਆਨ ਸਰੂਪ ਹੈ। ਮੈਂ ਸਮਝ ਲਿਆ। ਹੁਣ ਇਹ ਉਹ ਅਵਸਥਾ ਹੈ ਜਿਹਦਾ ਭਾਈ ਗੁਰਦਾਸ ਨੇ ਜ਼ਿਕਰ ਕੀਤਾ ਹੈ ਕਿ ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਸੱਚਮੁੱਚ ਉਹ ਵੱਡੀ ਕਮਾਈ ਵਾਲਾ ਵੱਡਾ ਸਤਿਗੁਰੂ ਸੀ। ਰਹਿਤ ਕਹਿਤ ਕੇ ਸਹਿਤ ਅਨੂਪਾ, ਕਿ ਇਹਦੀ ਜਿਹੜੀ ਕਹਿਣੀ ਹੈ ਤੇ ਇਹਦੀ ਰਹਿਤ ਹੈ ਉਹ ਇੱਕ ਸਮਾਨ ਹੈ। ਨਹੀਂ ਤਾਂ ਮੁਮਨ ਕੀ ਹੁੰਦਾ, ਬੰਦਿਆਂ ਦੀਆਂ ਗੱਲਾਂ ਹੋਰ ਹੁੰਦੀਆਂ ਨੇ, ਕੰਮ ਹੋਰ ਹੁੰਦੇ ਨੇ। ਸੱਚੇ ਪਾਤਸ਼ਾਹ ਦੀ ਕਰਨੀ ਵਿੱਚ ਔਰ ਕਹਿਣੀ ਵਿੱਚ, ਬੋਲਣ ਵਿੱਚ ਤੇ ਕਮਾਉਣ ਵਿੱਚ ਗੁਰੂ ਗੋਰਖ ਕਹਿੰਦਾ ਹੈ ਮੰਗਲਨਾਥ ਕੋਈ ਅੰਤਰ ਨਹੀਂ ਹੈ। ਮੈਂ ਜੋ ਸੁਣਿਆ ਸੀ, ਜੋ ਇਹਨਾਂ ਨੂੰ ਬੋਲਦਾ ਵੇਖਿਆ, ਬਿਲਕੁਲ ਉਸ ਪੱਧਤੀ ਦੇ, ਉਸ ਜੀਵਨ ਅਵਸਥਾ ਦੇ ਮੈਂ ਇਹਨਾਂ ਨੂੰ ਅਧਿਕਾਰੀ ਵੀ ਵੇਖਿਆ। ਹਾਂਜੀ। ਸ਼੍ਰੀ ਨਾਨਕ ਚਰਚਾ ਕਰ ਐਸੇ, ਕੇਤਕ ਕਾਲ ਰਹੇ ਤਹਿ ਬੈਸੇ। ਕੁਝ ਸਮਾਂ ਸਤਿਗੁਰੂ ਫਿਰ ਉਸ ਸਮੇਰ ਪਰਬਤ ਦੇ ਉੱਤੇ ਹੋਰ ਰੁਕੇ ਨੇ। ਚਰਚਾ ਇੱਥੇ ਕਵੀ ਜੀ ਕਹਿੰਦੇ ਨੇ ਵੀ ਖਤਮ ਹੁੰਦੀ ਹੈ। ਹਾਂਜੀ। ਮਰਦਾਨਾ ਬੂਜਤ ਪਇਓ, ਅਗਰਜ ਚਲੋ ਕੇ ਨਾਹੈ। ਹੁਣ ਭਾਈ ਮਰਦਾਨਾ ਪੁੱਛਦਾ ਹੈ ਵੀ ਬਾਬਾ ਇੱਥੋਂ ਤੱਕ ਹੀ ਜਾਣਾ ਹੈ ਕਿ ਇਦੋਂ ਗਾਂਹ ਜਾਣਾ ਹੈ, ਇਸ ਤੋਂ ਅੱਗੇ ਵੀ ਜਾਣਾ ਹੈ? ਵੀ ਸਮੇਰ ਪਰਬਤ ਤੋਂ ਵੀ ਅੱਗੇ ਕੁਝ ਵੇਖਣਾ ਹੈ? ਕਿਉਂਕਿ ਗੁਰੂ ਨਾਨਕ ਸਾਹਿਬ ਚੜਿਆ ਸੋਧਣ ਧਰਤ ਲੁਕਾਈ।
ਹੁਣ ਸੱਚੇ ਪਾਤਸ਼ਾਹ ਜੀ ਧਰਤੀ ਦਾ ਭਰਮਣ ਕਰਨ ਵਾਸਤੇ ਤੁਰੇ ਸੀ। ਭਾਈ ਮਰਦਾਨਾ ਪੁੱਛਦਾ ਹੈ ਵੀ ਬਾਬਾ ਇੱਥੋਂ ਤੱਕ ਹੀ ਜਾਣਾ ਹੈ ਕਿ ਅੱਗੇ ਵੀ ਜਾਣਾ ਹੈ? ਹਾਂਜੀ। ਆਨ ਸਥਾਨ ਬਲੋਕੀਏ ਜੇ ਰਾਵਰ ਉਰ ਚਾਹੇ। ਵੀ ਇੱਥੇ ਤਾਂ ਬਹੁਤ ਦਿਨ ਹੋ ਗਏ, ਹੁਣ ਫਿਰ ਕਿਤੇ ਹੋਰ ਚੱਲੀਏ, ਕੋਈ ਹੋਰ ਦੇਸ਼ ਵੇਖੀਏ, ਕੋਈ ਹੋਰ ਪਹਾੜ ਵੇਖੀਏ, ਕੋਈ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਜਾ ਕੇ ਆਪਾਂ ਮਿਲੀਏ। ਹਾਂਜੀ। ਸੁਣੀਐ ਸ਼੍ਰੀ ਅੰਗਦ ਗਤ ਦਾਈ ਸੁਣ ਗੁਰ ਮੁਝ ਸੋ ਗਿਰਾ ਅਲਾਈ। ਹੇ ਗੁਰੂ ਅੰਗਦ ਸਾਹਿਬ ਸੁਣੋ। ਭਾਈ ਬਾਲਾ ਕਹਿੰਦਾ ਹੈ ਕਿ ਫਿਰ ਗੁਰੂ ਨਾਨਕ ਸਾਹਿਬ ਨੇ ਮੈਨੂੰ ਇਸ ਤਰ੍ਹਾਂ ਆਪਣੇ ਮੁਖ ਤੋਂ ਬਚਨ ਉਚਾਰੇ ਨੇ, ਬਚਨ ਆਖੇ ਨੇ। ਹਾਂਜੀ। ਤੁਮਰੇ ਮਨ ਮੈਂ ਕਿਤ ਬਿਦ ਬਾਲਾ ਮੈਂ ਤਬ ਬੋਲਿਓ ਪ੍ਰਭੂ ਕਿਰਪਾਲਾ। ਤੁਮਰੇ ਮਨ ਮੈਂ ਕਿਤ ਬਿਦ ਬਾਲਾ, ਕਹਿੰਦੇ ਮੈਨੂੰ ਪੁੱਛਦੇ ਨੇ ਵੀ ਤੂੰ ਦੱਸ ਵੀ ਤੇਰੇ ਮਨ ਵਿੱਚ ਕੀ ਹੈ, ਤੂੰ ਕੀ ਚਾਹੁੰਦਾ, ਅੱਗੇ ਚੱਲੀਏ ਕਿ ਪਿੱਛੇ ਚੱਲੀਏ, ਆਪਾਂ ਨੂੰ ਕੀ ਕਰਨਾ ਚਾਹੀਦਾ ਹੈ। ਮੈਂ ਤਬ ਬੋਲਿਓ ਪ੍ਰਭੂ ਕਿਰਪਾਲਾ, ਤੇ ਮੈਂ ਗੁਰੂ ਨਾਨਕ ਸਾਹਿਬ ਦੇ ਸਨਮੁਖ ਹੱਥ ਜੋੜੇ, ਸਤਿਗੁਰੂ ਜੀ ਦੇ ਸਨਮੁਖ ਬੇਨਤੀਆਂ ਕੀਤੀਆਂ। ਹਾਂਜੀ। ਹਉ ਰਾਵਰ ਕੇ ਨਿਤ ਅਨਸਾਰੀ ਜਿਉ ਉਰ ਮਹਿ ਤਿਉ ਕੀ ਜੈਕਾਰੀ। ਤੇ ਮੈਂ ਆਖਿਆ ਵੀ ਮਹਾਰਾਜ ਮੇਰੀ ਕੀ ਸਮਰੱਥ ਹੈ, ਮੈਂ ਕੌਣ ਹੁੰਨਾ ਕਿ ਮੈਂ ਤੁਹਾਨੂੰ ਕਹਾਂ ਇਦਾਂ ਨਹੀਂ ਤੇ ਇਦਾਂ ਕਰੋ। ਹੁਣ ਇਹਨਾਂ ਸਾਡੇ 'ਚ ਕੋਈ ਇਸ ਤਰ੍ਹਾਂ ਦਾ ਹੈ ਜਿਹੜਾ ਆ ਕੇ ਰੋਜ਼ ਇੱਕੋ ਗੱਲ ਕਹਿੰਦਾ ਹੋਵੇ ਕਿ ਮਹਾਰਾਜ ਜੋ ਤੁਹਾਨੂੰ ਪਾਉਂਦਾ ਉਹ ਠੀਕ ਹੈ। ਅਗਰ ਇੰਨੀ ਗੱਲ ਕਹਿਣੀ ਹੋਵੇ ਤੇ ਇੰਨੀ ਕਹਿ ਕੇ ਮੱਥਾ ਟੇਕਿਆ ਜਾ ਸਕਦਾ ਹੈ, ਪਰ ਜਿਹੜੇ 15-15 ਮਿੰਟ ਇੱਥੇ ਰੇਲਿੰਗ ਦੇ ਨਾਲ ਝੂਲੇ ਝੂਲਦੇ ਨੇ ਉਹ ਤਾਂ ਬੜੀ ਵੱਡੀ ਇੱਕ ਲਿਸਟ ਲੈ ਕੇ ਆਉਂਦੇ ਨੇ ਘਰੋਂ। ਬੜਾ ਵੱਡਾ ਇੱਕ ਡਿਮਾਂਡ ਨੋਟਸ ਉਹਨਾਂ ਨੇ ਰੋਜ਼ ਲਿਆ। ਧਰਮ ਇਹ ਕਹਿੰਦਾ ਹੈ ਕਿ ਰੱਬ ਦੇ ਤੁਸੀਂ ਘਰ ਆ ਗਏ ਹੋ ਨਾ, ਤੁਹਾਡਾ ਆਉਣਾ ਹੀ ਮੁਬਾਰਕ ਹੈ। ਮਤ ਸੋਚੋ ਵੀ ਲੰਬੀ ਚੌੜੀ ਅਰਦਾਸ ਕਰੋਗੇ ਤੇ ਮਹਾਰਾਜ ਨੂੰ ਪਤਾ ਲੱਗੇਗਾ ਵੀ ਬੇਬੇ ਬਿਮਾਰ ਹੈ, ਕਾਕਾ ਪੜ੍ਹਦਾ ਨਹੀਂ ਹੈ, ਸਿਰ ਪੀੜ ਹੁੰਦੀ ਹੈ, ਲੱਤਾਂ ਜਿਹੜੀਆਂ ਨੇ ਉਹ ਕੰਬਦੀਆਂ ਨੇ, ਵੀ ਤੁਸੀਂ ਦੱਸੋਗੇ ਤੇ ਤੁਸੀਂ ਕੀ ਸੋਚਦੇ ਵੀ ਇਹ ਨੀਮ ਹਕੀਮ ਹੈ ਕੋਈ? ਸਤਿਗੁਰੂ ਨੀਮ ਹਕੀਮ ਨਹੀਂ ਹੈ, ਉਹ ਤਾਂ ਵਿਣ ਬੋਲਿਆ ਸਭ ਕੁਝ ਜਾਣਦਾ। ਹੁਣ ਇਸ ਤੋਂ ਅਗਲੀ ਜਿਹੜੀ ਪਰਮ ਅਵਸਥਾ ਉਹ ਭਾਈ ਬਾਲੇ ਵਾਲੀ ਹੈ। ਸਤਿਗੁਰਾਂ ਪੁੱਛਿਆ ਵੀ ਕੀ ਕਰੀਏ ਮਰਦਾਨਿਆ, ਆ ਬਾਲਿਆ ਕੀ ਕਰੀਏ? ਤਾਂ ਅੱਗੋਂ ਭਾਈ ਬਾਲਾ ਕਹਿੰਦਾ ਮਹਾਰਾਜ ਮੈਂ ਕੌਣ ਆ? ਹਉ ਰਾਵਰ ਕੇ ਨਿਤ ਅਨੁਸਾਰੀ, ਮੈਂ ਤਾਂ ਤੁਹਾਡੇ ਹੁਕਮ 'ਚ ਆ, ਜਿਵੇਂ ਤੁਹਾਨੂੰ ਪਾਉਂਦਾ, ਜਿਵੇਂ ਤੁਹਾਨੂੰ ਚੰਗਾ ਲੱਗਦਾ, ਜਿਉਂ ਔਰ ਮੈਂ ਤਿਉਂ ਕੀਜਿਆ ਕਾਰੀ। ਤੁਸੀਂ ਸੋਚ ਸਕਦੇ ਹੋ ਕਦੇ ਆਪਣੇ ਘਰ ਵਿੱਚ ਆਪਣੇ ਘਰ ਦੀ ਮਾਤਾ ਜੀ ਨੂੰ, ਆਪਣੇ ਘਰ ਦੇ ਪਿਤਾ ਜੀ ਨੂੰ ਇਹ ਗੱਲ ਕਹਿ ਕੇ ਵੇਖਣਾ ਵੀ ਪਿਤਾ ਜੀ ਅੱਜ ਤੋਂ ਬਾਅਦ ਅਸੀਂ ਸਾਰੇ ਭੈਣ ਭਰਾ ਤੁਹਾਡੀ ਗੱਲ ਮੰਨਾਂਗੇ। ਪਤਾ ਨਹੀਂ ਤੁਹਾਡਾ ਫਾਦਰ ਕਿੱਡੇ ਵੱਡੇ ਬੋਲਡ ਸਟੈਪ ਚੁੱਕ ਸਕਦਾ ਹੈ। ਤੇ ਜੇ ਉਹਨੂੰ ਇਹ ਪਤਾ ਹੋਵੇ ਵੀ ਮੈਂ ਜੇ ਬਾਹਰ ਗੱਲ ਕਰ ਲਈ ਤੇ ਮੇਰੀ ਤੇ ਨਿਆਣਿਆਂ ਨੇ ਮੰਨਣੀ ਨਹੀਂ, ਤੇ ਉਹਨੂੰ ਬਾਹਰ ਕੋਈ ਕਵੇ ਵੀ ਭਾਈ ਆਹ ਡੀਲ ਕਰਨੀ ਹੈ, ਉਹ ਕਹਿੰਦਾ ਵੀ ਤੁਸੀਂ ਇੱਦਾਂ ਕਰੋ ਬੱਚਿਆਂ ਨਾਲ ਹੀ ਗੱਲ ਕਰ ਲਓ, ਮੇਰੀ ਤੇ ਅੱਜ ਕੱਲ੍ਹ ਘੱਟ ਹੀ ਸੁਣਦੇ ਨੇ, ਤਾਂ ਉਸ ਘਰ ਦਾ ਕੀ ਹੋਏਗਾ? ਕੁਛ ਵੀ ਨਹੀਂ ਹੋਏਗਾ। ਤੇ ਜੇ ਆਪਾਂ ਗੁਰੂ ਨੂੰ ਆ ਕੇ ਰੋਜ਼ ਕਹੀਏ, ਮੰਗਣ ਦੀ ਲੋੜ ਨਹੀਂ ਹੈਗੀ। ਇਹ ਨਹੀਂ ਕਿ ਮੰਗ ਸਕਦੇ ਨਹੀਂ, ਮੰਗ ਸਕਦੇ ਆਪਾਂ, ਪਰ ਜੇ ਨਾ ਮੰਗੀਏ ਤੇ ਚੰਗਾ। ਉਹ ਇਸ ਕਰਕੇ ਚੰਗਾ ਹੈ ਕਿਉਂਕਿ ਵਾਹਿਗੁਰੂ ਨੂੰ ਸਾਡੇ ਨਾਲੋਂ ਜ਼ਿਆਦਾ ਬਿਹਤਰ ਪਤਾ ਹੈ, ਉਹਨਾਂ ਨੂੰ ਜ਼ਿਆਦਾ ਭਲੀ ਪ੍ਰਕਾਰ ਪਤਾ ਹੈ ਕਿ ਸਾਨੂੰ ਕਿਹੜੀ ਚੀਜ਼ ਉਹ ਦੇਣ ਤੇ ਚੰਗੀ ਹੈ, ਕਿਹੜੀ ਨਾ ਦੇਣ ਤੇ ਉਹ ਚੰਗੀ ਹੈ। ਕੋਈ ਜ਼ਰੂਰੀ ਨਹੀਂ ਵੀ ਹਰ ਚੀਜ਼ ਚੰਗੀ ਹੁੰਦੀ ਹੈ, ਕਦੇ ਭੁਲੇਖੇ 'ਚ ਨਾ ਪੈਣਾ। ਹਰ ਚੀਜ਼ ਚੰਗੀ ਨਹੀਂ ਹੁੰਦੀ, ਹਰ ਚੀਜ਼ ਸਾਡੇ ਲਈ ਸੁਖਦਾਈ ਨਹੀਂ ਹੈ। ਸਗੋਂ ਸਾਨੂੰ ਕਹਿਣਾ ਚਾਹੀਦਾ ਵਾਹਿਗੁਰੂ ਨੂੰ ਸੱਚੇ ਪਾਤਸ਼ਾਹ ਉਹੀ ਦਵੀਂ ਜਿਹੜਾ ਸੁੱਖ ਹੰਡਣਾ ਹੋਵੇ, ਦੂਜਾ ਨਾ ਹੀ ਦਵੀਂ, ਕੀ ਫਰਕ ਪੈਂਦਾ? ਜੇ ਚੀਜ਼ ਪਾ ਕੇ ਦੁੱਖ ਹੀ ਭੋਗਣਾ ਹੈ ਤੇ ਉਹ ਨਾ ਚੀਜ਼ ਹੋਵੇ ਤੇ ਤਾਂ ਕੀ ਫਰਕ ਪੈਂਦਾ? ਭਾਈ ਬਾਲੇ ਨੇ ਆਖਿਆ ਮਹਾਰਾਜ ਜਿਉਂ ਔਰ ਮੈਂ ਤਿਉਂ ਕੀਜਿਆ ਕਾਰੀ। ਨਹੀਂ, ਸਾਡੀ ਕੋਈ ਇੱਛਾ ਨਹੀਂ ਹੈ, ਜਿਵੇਂ ਤੁਹਾਨੂੰ ਪਾਉਂਦਾ ਹੈ, ਜਿਵੇਂ ਤੁਸੀਂ ਚਾਹੁੰਦੇ ਹੋ ਉਵੇਂ ਕਰੋ। ਹਾਂਜੀ।
ਅਸ ਬਿਦ ਕਰਤ ਪਰਸ ਪਰ ਬੈਨਾ ਬੈਸੇ ਤੇਵਾ ਪੰਕਜ ਨੈਨਾ। ਅਜੇ ਇਸ ਤਰ੍ਹਾਂ ਦੇ ਆਪਸ ਵਿੱਚ ਬਚਨ ਬਿਲਾਸ ਕਰਦੇ ਹੀ ਸਨ। ਅਜੇ ਗੁਰੂ ਨਾਨਕ ਸਾਹਿਬ ਉੱਥੇ ਹੀ ਬੈਠੇ ਨੇ, ਅੱਗੇ ਨਹੀਂ ਗਏ। ਹਾਂਜੀ। ਪ੍ਰਾਨ ਨਾਥ ਜੋਗੀ ਤਬ ਆਇਓ ਬੈਠ ਸਮੀਪ ਆਦੇਸ਼ ਅਲਾਇਓ। ਇੱਕ ਜੋਗੀ, ਉਹਦਾ ਨਾਮ ਪ੍ਰਾਨਨਾਥ ਹੈ, ਉਹ ਆਉਂਦਾ ਹੈ, ਉਹ ਆ ਕੇ ਸਤਿਗੁਰੂ ਜੀ ਦੇ ਕੋਲ ਬੈਠਦਾ ਹੈ। ਉਹਨੇ ਆ ਕੇ ਸਤਿਗੁਰੂ ਜੀ ਨੂੰ ਆਦੇਸ਼ ਆਖਿਆ। ਆਦੇਸ਼ ਦਾ ਅਰਥ ਕੀ ਹੈ? ਨਮਸਕਾਰ। ਨਮਸਕਾਰ ਦਾ ਅਰਥ ਕੀ ਹੈ? ਮੱਥਾ ਟੇਕਦਾ ਜੀ, ਪੈਰੀ ਪਾਉਣਾ ਜੀ, ਮੈਂ ਤੁਹਾਡੇ ਚਰਨ ਸਪਰਸ਼ ਕਰਦਾ ਜੀ। ਨਮਸਕਾਰ ਦੇ ਅਰਥ ਇਹ ਨੇ। ਹੁਣ ਜਿਨ੍ਹਾਂ ਨੂੰ ਫਤਿਹ ਤੋਂ ਤਕਲੀਫ ਹੈ ਉਹ ਕਹਿਣਗੇ ਬਾਊ ਜੀ ਨਮਸਕਾਰ। ਉਹਨੂੰ ਪੁੱਛੋ ਵੀ ਨਮਸਕਾਰ ਦੇ ਅਰਥ ਆਉਂਦੇ ਨੇ ਤੈਨੂੰ? ਤੂੰ ਫਤਿਹ ਬੁਲਾਉਣ ਲਈ ਤਿਆਰ ਨਹੀਂ, ਮੱਥਾ ਟੇਕਣ ਲਈ ਤਿਆਰ ਹੈ, ਪੈਰੀ ਹੱਥ ਲਾਉਣ ਲਈ ਤਿਆਰ ਹੈ। ਤੇ ਜੇ ਉਹਨੂੰ ਸਾਰੇ ਅਰਥ ਸਮਝ ਆ ਗਏ, ਉਹਨੇ ਕਹਿਣਾ ਨਾ ਨਾ ਨਾ, ਇਹ ਬੁੱਢਾ ਇਸ ਕੰਮ ਲਈ ਥੋੜ੍ਹਾ ਹੈ, ਮੈਂ ਇਹਦੇ ਪੈਰੀ ਹੱਥ ਕਿਉਂ ਲਾਵਾਂ। ਪਰ ਨਮਸਕਾਰ ਦੇ ਅਰਥ ਤਾਂ ਇਹੋ ਹੀ ਨੇ, ਕਿਸੇ ਦੇ ਚਰਨ ਸਪਰਸ਼ ਕਰਨੇ, ਕਿਸੇ ਦੇ ਪੈਰ ਛੂਹਣੇ, ਕਿਸੇ ਨੂੰ ਮੱਥਾ ਟੇਕਣਾ। ਨਮਸਕਾਰ ਦੇ ਅਰਥ ਜਿੱਥੋਂ ਮਰਜ਼ੀ ਕੱਢ ਲਓ ਤੁਸੀਂ, ਕੁੱਲ ਦੁਨੀਆ ਦੀਆਂ ਡਿਕਸ਼ਨਰੀਆਂ ਕੱਢੋਗੇ ਤੇ ਨਮਸਕਾਰ ਦਾ ਅਰਥ ਇਹੋ ਹੀ ਹੈ, ਮੱਥਾ ਟੇਕਣਾ। ਉਸ ਜੋਗੀ ਨੇ, ਪ੍ਰਾਨਨਾਥ ਨੇ ਆ ਕੇ ਕਿਹਾ ਕਿ ਮਹਾਰਾਜ ਆਦੇਸ਼, ਨਮਸਕਾਰ। ਹਾਂਜੀ। ਅਸਨ ਬਸਨ ਲੀਜੇ ਜੋ ਚਾਹੀ ਸ਼ੁਦਾ ਨ ਵਿਆਪੈ ਕਬ ਤਨ ਮਾਹੀ। ਕਹਿਣ ਲੱਗਾ ਜੀ ਕੋਈ ਅਸਨ, ਕੋਈ ਬਸਨ, ਕੋਈ ਮੈਂ ਤੁਹਾਡੀ ਸੇਵਾ ਕਰਾਂ, ਕੋਈ ਤੁਹਾਡੇ ਲਈ ਭੋਜਨ ਲੈ ਕੇ ਆਵਾਂ, ਕੋਈ ਕੱਪੜਾ ਲੈ ਕੇ ਆਵਾਂ, ਕੋਈ ਵਸਤੂ ਮੈਂ ਲੈ ਕੇ ਆਵਾਂ ਜਿਹਦੇ ਨਾਲ ਕਦੇ ਮੁੜ ਕੇ ਜੀਵਨ ਵਿੱਚ ਭੁੱਖ ਹੀ ਨਾ ਲੱਗੇ। ਹਾਂਜੀ। ਨੰਗਹਿ ਕਬੈ ਨ ਹੋਵਈ ਪਹਿਰਦ ਕੂਲ ਅਮੋਲ। ਨੰਗੇ ਕਦੇ ਨਹੀਂ ਹੋਵੋਗੇ। ਜਦੋਂ ਤੁਸੀਂ ਇਸ ਤਰ੍ਹਾਂ ਦਾ ਕੱਪੜਾ, ਦੁਪੱਟਾ, ਕੋਈ ਦਕੂਲ ਧਾਰਨ ਕਰੋਗੇ। ਹਾਂਜੀ। ਅਸ ਬਿਦ ਸੁਣ ਕੇ ਬਹਿਣ ਤੇ ਬੋਲੇ ਅਚਲ ਅਤੋਲ। ਉਹ ਸਤਿਗੁਰੂ ਜਿਹੜੇ ਚਲਾਏ ਮਾਨ ਨਹੀਂ, ਉਹ ਸਤਿਗੁਰੂ ਜਿਹੜੇ ਤੁਲ ਨਹੀਂ ਸਕਦੇ, ਜਿਨ੍ਹਾਂ ਦਾ ਕੋਈ ਵਜਨ ਨਹੀਂ ਕਰ ਸਕਦਾ, ਜਿਨ੍ਹਾਂ ਦਾ ਕੋਈ ਭਾਰ ਬਿਆਨ ਨਹੀਂ ਕਰ ਸਕਦਾ, ਜਿਨ੍ਹਾਂ ਦਾ ਕੋਈ ਭਾਰ ਨਹੀਂ ਬਿਆਨ ਕਰ ਸਕਦਾ, ਜਿਨ੍ਹਾਂ ਨੂੰ ਤੋਲਿਆ ਨਹੀਂ ਜਾ ਸਕਦਾ, ਜਿਹੜੇ ਪਰਮਾਤਮਾ ਦੇ ਘਰ ਦੇ ਬਖਸ਼ੇ ਹੋਏ ਗੁਰੂ ਨਾਨਕ ਸਾਹਿਬ ਚ, ਜਿਹੜੇ ਅਚਲ ਨੇ, ਚਲਾਏ ਮਾਨ ਨਹੀਂ ਹੋ ਸਕਦੇ, ਉਹਨਾਂ ਨੇ ਫਿਰ ਉਸ ਪ੍ਰਾਨਨਾਥ ਜੋਗੀ ਨੂੰ ਉੱਤਰ ਦਿੱਤਾ। ਹਾਂਜੀ। ਨੀਕੋ ਕੀਨ ਸੰਤੋਖੰ ਅਸਣਾ ਰੂਰੋ ਸਾਧ ਨਾਮ ਜਪ ਰਸਣਾ। ਸਤਿਗੁਰੂ ਕਹਿਣ ਲੱਗੇ ਭਾਈ ਅਸੀਂ ਭੋਜਨ ਕਰ ਲਿਆ ਹੈ, ਤੂੰ ਕਹਿੰਦੇ ਕੁਝ ਖਾਣ ਲਈ ਲੈ ਕੇ ਆਵਾਂ। ਸਤਿਗੁਰੂ ਕਹਿੰਦੇ ਸੀ ਸੰਤੋਖ ਦਾ ਭੋਜਨ ਕੀਤਾ ਹੈ। ਰੂਰੋ ਸਾਧ ਨਾਮ ਹਰ ਜਪਣਾ, ਤੇ ਇਹਦੇ ਚ ਸਵਾਦ ਬੜਾ ਹੈ, ਕਿਉਂਕਿ ਅਸੀਂ ਨਾਮ ਜਪਦੇ ਹਾਂ ਤੇ ਬੜਾ ਹੀ ਰਸ ਆਉਂਦਾ ਹੈ। ਹਾਂਜੀ। ਬਸਨ ਜੇ ਭਾਉ ਭਗਤ ਕੇ ਲੀਨੇ ਨਹੀਂ ਪੁਰਾਤਨ ਨੀਤ ਨਵੀਨੇ। ਖਾਣ ਵਾਸਤੇ ਸੰਤੋਖ ਤੇ ਪ੍ਰਮਾਤਮਾ ਦਾ ਨਾਮ, ਪਹਿਨਣ ਵਾਸਤੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ, ਕਹਿੰਦੇ ਕਦੇ ਪੁਰਾਣੀ ਨਹੀਂ ਹੁੰਦੀ। ਨਹੀਂ ਪੁਰਾਤਨ ਨੀਤ ਨਵੀਨੋ, ਕਿਉਂਕਿ ਕੱਪੜੇ ਤਾਂ ਰੋਜ਼ ਪੁਰਾਣੇ ਹੋਣਗੇ ਭਾਈ, ਫਿਰ ਨਵੇਂ ਪਾਉਣੇ ਪੈਣਗੇ ਤੁਹਾਨੂੰ। ਕਹਿੰਦੇ ਨਹੀਂ, ਅਸਨ ਬਸਨ ਦੀ ਭੁੱਖ ਕੋਈ ਨਹੀਂ ਹੈ। ਹਾਂਜੀ। ਅਤ ਸੁੰਦਰ ਸ਼ੋਭਾ ਜੁਗ ਲੋਕਾ ਭੂਖ ਨਗਣ ਤੇ ਸਦਾ ਅਸ਼ੋਕਾ। ਅਤ ਸੁੰਦਰ ਹੈ ਸ਼ੋਭਾ ਜੁਗ ਲੋਕਾ, ਦੋਨਾਂ ਲੋਕਾਂ ਵਿੱਚ ਤੁਹਾਡੀ ਸੁੰਦਰ ਸ਼ੋਭਾ ਹੋਏਗੀ। ਨਹੀਂ ਤਾਂ ਅੱਜ ਤੁਸੀਂ ਵੇਖਿਆ ਹੀ ਹੈ, ਬੰਦਾ ਖਾਣ ਪਹਿਨਣ ਵਾਸਤੇ ਹੀ ਸਾਰਾ ਦਿਨ ਬੰਦਾ ਦੌੜਿਆ ਫਿਰਦਾ, ਔਰ ਬਹੁਤ ਖਰਚ ਅਸੀਂ ਆਪਣੇ ਇਹਨਾਂ ਦੋ ਚੀਜ਼ਾਂ ਤੇ ਕਰਦੇ ਹਾਂ, ਖਾਣ ਤੇ ਪਹਿਨਣ ਤੇ। ਸਾਰੀ ਜ਼ਿੰਦਗੀ ਦੀ ਤਾਕਤ ਸਾਡੀ ਜਿਹੜੀ ਹੈ ਉਹ ਲੱਗ ਜਾਂਦੀ ਹੈ ਭੂਖ ਨਗਨ ਤੇ ਸਦਾ ਅਸ਼ੋਕਾ। ਅਸ਼ੋਕ ਕੋਈ ਗਮ ਹੀ ਨਹੀਂ ਹੈ, ਨਾ ਇਹ ਗਮ ਹੈ ਕਿ ਭੁੱਖੇ ਹੋਵਾਂਗੇ, ਨਾ ਇਹ ਗਮ ਹੈ ਵੀ ਕਦੇ ਨੰਗੇ ਹੋਵਾਂਗੇ। ਭਾਉ ਭਗਤੀ ਦਾ ਕੱਪੜਾ ਹੈ ਸਾਡੇ ਕੋਲ,
ਤੇ ਸੰਤੋਖ ਤੇ ਨਾਮ ਦਾ ਭੋਜਨ ਹੈ ਸਾਡੇ ਕੋਲ। ਹਾਂਜੀ। ਪ੍ਰਾਨ ਨਾਥ ਸੁਣ ਪ੍ਰੇਮ ਉਮੰਗਾ, ਉਦਤੇ ਚਰਨ ਗਹਿਣ ਹਿਤ ਸੰਗਾ। ਉਹਦੇ ਅੰਦਰ ਬਹੁਤ ਉਮਾ ਪੈਦਾ ਹੋਇਆ ਤੇ ਉਹਨੇ ਦੋਵਾਂ ਹੱਥਾਂ ਨਾਲ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ, ਕਿਉਂਕਿ ਐਸਾ ਗੁਰੂ ਉਹਨੂੰ ਵੀ ਨਹੀਂ ਸੀ ਮਿਲਿਆ। ਜਿਹੜਾ ਉਹਨੂੰ ਵੀ ਗੁਰੂ ਗੋਰਖ ਮਿਲਿਆ ਸੀ, ਉਹ ਵੀ ਵਿਚਾਰਾ ਅਜੇ ਆਪ ਇੱਛਾਵਾਂ ਵਿੱਚ ਹੀ ਜਿਉਂਦਾ ਸੀਗਾ। ਸ਼ਾਇਦ ਸਾਨੂੰ ਅਜੇ ਤੱਕ ਕੋਈ ਬਾਦਸ਼ਾਹ ਨਹੀਂ ਮਿਲਿਆ। ਬਾਦਸ਼ਾਹ ਉਹ ਹੈ ਜਿਹਦੀਆਂ ਭੁੱਖਾਂ ਮੁੱਕ ਗਈਆਂ ਨੇ। ਨਹੀਂ ਤਾਂ ਸੁਖਮਨੀ ਸਾਹਿਬ ਪੜ੍ਹ ਕੇ ਵੇਖ ਲੈਣਾ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। लाख करोरी बंद ना परै, हर का नाम जपत निस्तर है। सारी धरती का राजा भी सुखी नहीं है। तुसीं वेख्या होना इन्हां दिनां च ट्रंप दियां ਉਹ ਟਪਲੀਆਂ ਸੁਣੀਆਂ ਹੋਣੀਆਂ ਨੇ ਵੀ ਤੂੰ 4 ਸਾਲ ਰਾਸ਼ਟਰਪਤੀ ਰਹਿ ਲਿਆ ਅਮਰੀਕਾ ਦਾ, ਇਦੋਂ ਪਰੇ ਹੋਰ ਤੈਨੂੰ ਕੀ ਚਾਹੀਦਾ। ਨਹੀਂ ਲੋਕਾਂ ਵੋਟਾਂ ਪਾਈਆਂ, ਛੱਡ ਪਰਾਂ। ਮਤ ਸੋਚਣਾ ਭਜਨ ਤੋਂ ਬਿਨਾ, ਭਗਤੀ ਤੋਂ ਬਿਨਾ, ਨਾਮ ਤੋਂ ਬਿਨਾ, ਸਿਮਰਨ ਤੋਂ ਬਿਨਾ, ਸੇਵਾ ਤੋਂ ਬਿਨਾ, ਕਿ ਕੋਈ ਆਦਮੀ ਤੁਹਾਨੂੰ ਮਿਲੇ ਜ਼ਿੰਦਗੀ ਜਿਹੜਾ ਕਵੇ ਜੀ ਮੈਂ ਬੜਾ ਸੰਤੁਸ਼ਟ ਹਾਂ। ਨਾ, ਸਾਰੀ ਧਰਤੀ ਦਾ ਕੋਈ ਰਾਜਾ ਵੀ ਬਣ ਜਾਏ ਤੇ ਉਹ ਵੀ ਸੁਖੀ ਨਹੀਂ ਹੈ, ਖੁਸ਼ ਉਹ ਵੀ ਨਹੀਂ ਹੈ। ਉਹਦੀ ਅਜੇ ਵੀ ਹੋਰ ਇੱਛਾ ਹੈ ਮੈਂ ਹੋਰ ਰਾਜ ਕਰ ਲਵਾਂ। ਅਸੀਂ ਕੱਪੜੇ ਪਾਉਂਦੇ ਆ, ਕਦੇ ਰੱਬ ਦਾ ਸ਼ੁਕਰ ਥੋੜ੍ਹਾ ਹੈ। ਮੈਂ ਨਾ ਹੁਣ ਪੰਜਾਬ ਦੇ ਇੱਥੇ ਕਿਸਾਨ ਆਉਂਦੇ ਨਾ, ਕਈਆਂ ਨੇ ਕੰਬਲ ਦੀ ਬੁੱਕਲ ਮਾਰੀ ਹੁੰਦੀ ਹੈ। ਤੁਸੀਂ ਯਕੀਨ ਕਰਨਾ ਕੰਬਲ ਵੀ ਨਹੀਂ ਸੀ ਮਿਲਦਾ ਹੁੰਦਾ ਬੁੱਕਲ ਮਾਰਨ ਲਈ। ਤੇ ਹੁਣ ਜਦੋਂ ਵੰਨ ਸਵੰਨੇ ਕੋਟ ਪਾਈ ਦੇ ਨੇ, ਸ਼ਾਲਾਂ ਲਈ ਦੀਆਂ ਨੇ, ਤੇ ਸ਼ੁਕਰ ਹੀ ਹੋਣਾ ਚਾਹੀਦਾ ਨਾ। ਕਦੇ ਵਕਤ ਸੀ ਮਾਂ ਦੀ ਚੱਪਲ ਪਾ ਕੇ ਸਕੂਲ ਇਹਨਾਂ ਦਿਨਾਂ 'ਚ ਜਾਈਦੇ, ਸੋਚ ਸਕਦੇ ਹੋ ਤੁਸੀਂ ਵੀ ਕਿੰਨੇ ਕੁ ਪੈਰ ਠਰਦੇ ਹੋਣਗੇ। ਤਾਂ ਅੱਜ ਮੇਰੇ ਖਿਆਲ 10 ਜੁੱਤੀਆਂ ਤੇ ਰੈਕ 'ਚ ਪਈਆਂ ਹੋਣੀਆਂ ਨੇ, ਵਾਰੀ ਨਹੀਂ ਆਉਂਦੀ ਦੂਜੀ ਜੁੱਤੀ ਕਦੋਂ ਪਾਉਣੀ ਹੈ। ਤੇ ਉਹਦਾ ਸ਼ੁਕਰਾਨਾ ਨਹੀਂ ਤੇ ਹੋਰ ਕੀ ਹੈ। ਪਰ ਜੇ ਦੂਜੇ ਪਾਸੇ ਤੁਰ ਪਈਏ ਤੇ ਫਿਰ ਤੇ ਭਾਈ ਵੀ ਮੈਂ ਤੇ ਬ੍ਰਾਂਡਡ ਜੁੱਤੀ ਕਦੇ ਪਾਈ ਨਹੀਂ। ਜਿਹੜਾ ਬ੍ਰਾਂਡਡ ਕੱਪੜਿਆਂ ਤੇ ਜੁੱਤੀਆਂ ਵਿੱਚ ਪੈ ਗਿਆ ਉਹਦਾ ਵਿਚਾਰੇ ਦਾ ਕੀ ਹਾਲ ਹੈ, ਕੁਝ ਵੀ ਨਹੀਂ। ਉਹਨੇ ਜਦੋਂ ਤੁਹਾਡੇ ਆਪਣੇ ਤੋਂ ਦੂਜੇ ਦਾ ਬ੍ਰਾਂਡ ਚੰਗਾ ਵੇਖ ਲਿਆ ਤੇ ਉਹਦੇ ਤੇ ਪਾਏ ਕੱਪੜੇ ਨਾ ਪਾਏ ਕੱਪੜੇ ਬਰਾਬਰ ਹੀ ਹੋ ਜਾਣੇ ਨੇ। ਇਸ ਕੰਪੀਟੀਸ਼ਨ ਵਿੱਚ ਨਾ ਪਈਏ ਆਪਾਂ। ਸੱਚੇ ਪਾਤਸ਼ਾਹ ਨੇ ਪ੍ਰਾਣਨਾਥ ਜੋਗੀ ਨੂੰ ਕਿਹਾ, ਕਹਿੰਦੇ ਭਾਈ ਸੰਤੋਖ ਦੀ ਰੋਟੀ ਹੈ, ਨਾਮ ਦਾ ਰਸ ਹੈ, ਭਾਵ ਭਗਤੀ ਦੇ ਕੱਪੜੇ ਨੇ, ਨਾ ਪੁਰਾਣੇ ਹੁੰਦੇ ਨੇ ਨਾ ਬਦਲਨੇ ਪੈਂਦੇ ਨੇ। ਇੰਨਾ ਖੁਸ਼ ਹੋਇਆ ਪ੍ਰਾਣਨਾਥ। ਪ੍ਰਾਣਨਾਥ ਸੁਣ ਪ੍ਰੇਮ ਉਮੰਗਾ, ਉਹਦੇ ਅੰਦਰ ਇੱਕ ਉਮੰਗ ਪੈਦਾ ਹੋਈ ਕਿ ਉਦਤੇ ਉਹ ਚਰਨ ਗਹਿਣ ਹਿਤ ਸੰਗਾ। ਉਛਲ ਕੇ ਗੁਰੂ ਨਾਨਕ ਦੇ ਦੋਵੇਂ ਪੈਰ ਫੜ ਲਏ, ਦੋਵੇਂ ਚਰਨ ਫੜ ਲਏ ਵੀ ਮੈਂ ਤੇਰੇ ਵਰਗਾ ਗੁਰੂ ਧਰਤੀ ਤੇ ਨਹੀਂ ਵੇਖਿਆ। ਬੜੇ ਗੁਰੂ ਮਿਲਣਗੇ ਤੁਹਾਨੂੰ, ਉਹ ਇਹੀ ਕਹਿਣਗੇ ਆ ਲਿਆਓ ਮਾਲ ਲਿਆਓ ਨਾ, ਸਾਰਾ ਹੀ ਲਿਆਓ। ਆ ਜਿੰਨੇ ਤੁਹਾਨੂੰ ਸੋ ਕਾਲਡ ਗੁਰੂ ਦਿਸਦੇ ਨੇ ਉਹ ਤੁਹਾਨੂੰ ਇਹ ਕਹੀ ਜਾਣਗੇ ਜੀ ਮਾਇਆ ਨਾਲ ਨਹੀਂ ਜਾਣੀ, ਨਹੀਂ ਜਾਣੀ ਤੇ ਤੂੰ ਕਿਉਂ ਇਕੱਠੀ ਕਰੀ ਜਾਂਦਾ। ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ, ਕਿਤੇ ਨਾ ਕਿਤੇ ਜਾ ਕੇ ਅਸੀਂ ਖੜੇ ਉੱਥੇ ਹੀ ਆ। ਤੇ ਫਿਰ ਸਾਨੂੰ ਭੁਲੇਖਾ ਵੀ ਨਹੀਂ ਪਾਉਣਾ ਚਾਹੀਦਾ ਵੀ ਮੈਂ ਗੁਰੂ ਆ। ਨਹੀਂ, ਅਸੀਂ ਦੁਨਿਆਵੀ ਬੰਦੇ ਆ, ਧਨ ਦੌਲਤ ਦੇ ਲਾਲਚ ਵਿੱਚ ਜਿਉਂਦੇ ਆ। ਐਵੇਂ ਅਸੀਂ ਲੋਕਾਂ ਨੂੰ ਫਰੇਬ ਕਰਕੇ ਵਿਖਾਉਂਦੇ ਆ, ਇਹ ਠੀਕ ਨਹੀਂ ਹੈ। ਸਾਨੂੰ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਵੀ ਨਹੀਂ ਜੀ ਮੈਂ ਤੇ ਰੱਜ ਗਿਆ ਜੀ, ਤੇ ਰੱਜ ਗਿਆ ਤੇ ਛੱਡ ਫਿਰ। ਹਾਂਜੀ। ਸ਼੍ਰੀ ਨਾਨਕ ਬਹੁ ਭਾਉ ਜੇ ਦੇਖਾ, ਤਿਹ ਕੋ ਆਦਰ ਕੀਨ ਬਸੇਖਾ। ਸੱਚੇ ਪਾਤਸ਼ਾਹ ਨੇ ਉਹਦਾ ਪਿਆਰ ਵੇਖਿਆ ਤੇ ਸਤਿਗੁਰੂ ਨੇ ਫਿਰ ਉਹਨੂੰ ਪਿਆਰ ਦਿੱਤਾ ਬਹੁਤ। ਪ੍ਰਾਣਨਾਥ ਜੋਗੀ ਨੂੰ ਬਹੁਤ ਸਤਿਗੁਰੂ ਨੇ ਪ੍ਰੇਮ ਕੀਤਾ। ਹਾਂਜੀ। ਭਗ ਲਓ ਸਿਰ ਨੈ ਜਾਵਣ ਦੀਨੋ, ਘਰ ਮਹਿ ਲਿਹੈ ਅੰਕ ਭਰ ਲੀਨੋ। ਚਰਨਾਂ ਤੋਂ ਲੈ ਕੇ ਸਿਰ ਤੱਕ ਸੱਚੇ ਪਾਤਸ਼ਾਹ ਨੇ ਉਹਨੂੰ ਆਪਣੀ ਗਲਵੱਕੜੀ ਵਿੱਚ ਲੈ ਲਿਆ। ਹੁਣ ਤੁਸੀਂ ਸੋਚ ਸਕਦੇ ਹੋ
ਕਿ ਇਸ ਤੋਂ ਵੱਡਾ ਵੀ ਕੋਈ ਪ੍ਰੇਮ ਹੁੰਦਾ ਹੈ? ਇਸ ਤੋਂ ਵੱਡਾ ਕੋਈ ਪ੍ਰੇਮ ਨਹੀਂ ਹੈ। ਹਾਂਜੀ। ਮਿਲੇ ਪਰਸ ਪਰ ਹਰਖ ਕਰ, ਪ੍ਰਾਨ ਨਾਥ ਕਹਿ ਬੈਣ। ਆਪਸ ਵਿੱਚ ਪਿਆਰ ਵਿੱਚ ਮਿਲੇ ਤੇ ਪ੍ਰਾਣਨਾਥ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਬੋਲਿਆ। ਹਾਂਜੀ। ਭਇਓ ਨਰੰਜਨ ਕੋ ਦਰਸ ਹਮੈ, ਸਰਬ ਗੁਰ ਗੁਣ ਐਨ। ਭਇਓ ਨਰੰਜਨ ਕੋ ਦਰਸ਼, ਕਹਿਣ ਲੱਗਾ ਜੀ ਅੱਜ ਮੈਂ ਰੱਬ ਦੇ ਦੀਦਾਰ ਕੀਤੇ ਨੇ। ਨਾਨਕ ਜੀ ਮੈਂ ਤੁਹਾਡੇ ਵਿੱਚ ਰੱਬ ਵੇਖਿਆ, ਮੈਂ ਤੁਹਾਨੂੰ ਰੱਬ ਵਰਗਾ ਹੀ ਵੇਖਿਆ। ਹਮੈਂ ਸਰਬ ਗੁਣ ਐਨ, ਮੈਨੂੰ ਸਮਝ ਆ ਗਈ। ਜੇ ਸਾਰੀ ਦੁਨੀਆ ਦੇ ਗੁਣ ਲੱਭਣ ਜਾਈਏ ਤੇ ਉਹਨਾਂ ਗੁਣਾਂ ਦਾ ਘਰ ਗੁਰੂ ਨਾਨਕ ਹੈ। ਅੱਜ ਵੇਖੋ ਅਸੀਂ, ਸਾਡੀ ਗਿਣਤੀ ਕਿੰਨੀ ਹੈ? 2-3 ਕਰੋੜ ਹੈ। ਸਾਡੀ ਸ਼ੋਭਾ ਕਿੰਨੀ ਹੈ, ਵਡਿਆਈ ਕਿੰਨੀ ਹੈ? ਇਹ ਵਡਿਆਈ ਸਾਡੀ ਗਿਣਤੀ ਕਰਕੇ ਨਹੀਂ ਹੈ, ਤੇ ਨਾ ਹੀ ਇਹ ਵੀ ਸਾਡੀ ਕੌਮ 'ਚ ਕੋਈ ਅਡਾਨੀ ਅੰਬਾਨੀ ਵਰਗੇ ਕੋਈ ਸਰਮਾਏਦਾਰ ਬੈਠੇ ਨੇ, ਨਾ। ਪਰ ਸਾਡੀ ਕੌਮ ਦੇ ਵਿੱਚ ਏਡੇ ਏਡੇ ਰੱਬ ਦੇ ਨਵਾਜੇ ਸਿੱਖ ਬੈਠੇ ਨੇ ਕਿ ਉਹਨਾਂ ਦੀਆਂ ਇਸ਼ਾਈਆਂ, ਉਹਨਾਂ ਦੇ ਗੁਣ, ਉਹਨਾਂ ਦੀ ਭਗਤੀ, ਉਹਨਾਂ ਦੀ ਸੇਵਾ ਦੁਨੀਆ ਨੂੰ ਮਜਬੂਰ ਕਰਦੀ ਹੈ ਵੀ ਕਹੋ ਸਿੱਖ ਚੰਗੇ ਹੁੰਦੇ ਨੇ। ਕੋਵਿਡ ਵਿੱਚ ਹਰ ਮੁਲਕ ਨੂੰ ਕਹਿਣਾ ਪਿਆ ਕਿ ਭਾਈ ਸਿੱਖਾਂ ਵਰਗਾ ਕੋਈ ਨਹੀਂ ਹੈ। ਅਣਹੋਂਦਾ ਆਪ ਵੰਡਾਏ, ਇਹ ਤੁਹਾਨੂੰ ਗੁਰੂ ਨਾਨਕ ਨੇ ਸਿਖਾਇਆ ਹੈ ਕਿ ਪੱਲੇ ਕੁਝ ਹੈਗਾ ਜਾਂ ਨਹੀਂ ਹੈਗਾ ਪਰ ਵੰਡ ਦਿਓ। ਤਾਂ ਅੱਜ ਮੈਂ ਕਿਸੇ ਨੂੰ ਸੁਣ ਰਿਹਾ ਸੀ, ਉਹ ਪੁੱਛ ਰਿਹਾ ਸੀ ਅੰਡਾਨੀ ਬਾਨੀ ਨੂੰ ਵੀ ਤੁਹਾਡੇ ਕਿੰਨੇ ਬੱਚੇ ਨੇ ਤੇ ਕਿੰਨਾ ਕੁ ਸਮਾਨ ਚਾਹੀਦਾ ਹੈ। ਹੁਣ ਤੁਸੀਂ ਗਰੀਬ ਕਿਸਾਨਾਂ ਦਾ ਵੀ ਖੋਹ ਕੇ ਘਰ ਲੈ ਕੇ ਆਉਣਾ ਚਾਹੁੰਦੇ ਹੋ, ਕੀ ਕਰਨਾ ਹੈ ਤੁਸੀਂ? ਫਿਰ ਕਿਵੇਂ ਕਹੀਏ ਵੀ ਇਹ ਪੀਰਾਂ ਫਕੀਰਾਂ ਦੀ ਧਰਤੀ ਹੈ, ਗੁਰੂਆਂ ਦੀ ਧਰਤੀ, ਦੇਵਤਿਆਂ ਦੀ ਧਰਤੀ, ਇਹ ਰਿਸ਼ੀਆਂ ਮੁਨੀਆਂ ਦੀ ਧਰਤੀ? ਜਾਓ ਅਮਰੀਕਾ, ਇੱਕ ਤੋਂ ਇੱਕ ਦਾਨੀ ਬੈਠਾ ਹੈ। ਆ ਜਿਹੜੀ ਫੇਸਬੁੱਕ ਹੈ, ਇਹਦੇ ਮਾਲਕ ਨੇ 2 ਸਾਲ ਪਹਿਲਾਂ 600 ਕਰੋੜ ਦਾਨ ਕੀਤਾ। ਬਾਰਨ ਵਫੇ ਨੂੰ ਪੁੱਛ ਲਓ, ਜਿਹਨੇ 3 ਹਿੱਸੇ ਪ੍ਰਾਪਰਟੀ ਆਪਣੀ ਦਾਨ ਕਰ ਦਿੱਤੀ ਹੈ। ਅਮਰੀਕਾ 'ਚ ਜਾਓਗੇ ਤੇ ਦਾਨੀ ਮਿਲਣਗੇ, ਸਾਡੇ ਮੁਲਕ 'ਚ ਆਓਗੇ ਤੇ ਲੁਟੇਰੇ ਹੀ ਮਿਲਣਗੇ ਵੀ ਲਿਆਓ ਜੀ ਇੱਧਰ ਨੂੰ, ਲਿਆਓ ਜੀ ਇੱਧਰ ਨੂੰ, ਲਿਆਓ ਜੀ। ਵੀ ਕਰਨਾ ਕੀ ਹੈ? ਮੈਂ ਕਈ ਵਾਰੀ ਇਕੱਲਾ ਬੈਠ ਕੇ ਸੋਚਦਾ ਵੀ ਰੱਬਾ ਤੂੰ ਸਾਰਾ ਕੁਝ ਉਹਨਾਂ ਗੋਰਿਆਂ ਨੂੰ ਦੇਈ ਜਾਂਦੇ, ਸਾਨੂੰ ਕਿਉਂ ਨਹੀਂ ਦਿੰਦਾ? ਮੰਦਰ ਇੱਥੇ, ਗੁਰਦੁਆਰੇ ਇੱਥੇ, ਮਸੀਤਾਂ ਇੱਥੇ, ਟੱਲ ਇੱਥੇ ਖੜਕਦੇ ਨੇ। ਹਾਂਜੀ, ਗੰਗਾ ਨਹਾ ਨਹਾ ਕੇ ਅਸੀਂ ਆਪਣੇ ਪਾਪ ਰੋੜ ਕੇ ਗੰਗਾ ਮੈਲੀ ਕਰ ਦਿੱਤੀ ਅਸੀਂ। ਪਰ ਉੱਥੇ ਤੇ ਮੈਂ ਨਹੀਂ ਕਿਸੇ ਨੂੰ ਦਰਿਆ 'ਚ ਨਹਾਉਂਦਾ ਵੇਖਿਆ। ਕਿੰਨੇ ਸਮੁੰਦਰ ਨੇ ਉੱਥੇ, ਬੋਟਿੰਗ ਵੀ ਕਰਕੇ ਵੇਖੀ ਹੈ, ਸਭ ਕੁਝ ਉੱਥੇ ਕਰਕੇ ਵੇਖਿਆ। ਮੈਂ ਕਿਸੇ ਨੂੰ ਨਹਾਉਂਦਾ ਨਹੀਂ ਉੱਥੇ ਵੇਖਿਆ। ਇੱਥੇ ਸਾਰਾ ਦਿਨ ਲੋਕ ਸਿਆਲ 'ਚ ਵੀ ਨਹਾਈ ਜਾਂਦੇ ਨੇ, ਕੋਈ ਨਾ ਕੋਈ ਤਿਉਹਾਰ ਆ ਗਿਆ, ਪੁਰਬ ਆ ਗਿਆ ਤਾਂ ਨਹਾਈ ਜਾਂਦੇ ਨੇ, ਵੀ ਪਾਪ ਤੇ ਫਿਰ ਵੀ ਨਹੀਂ ਉਤਰਦੇ। ਉਹ ਇਸੇ ਕਰਕੇ ਨਹੀਂ ਉਤਰਦੇ ਵੀ ਅਸੀਂ ਸਿੱਖਣ ਨੂੰ ਕੁਛ ਤਿਆਰ ਹੀ ਨਹੀਂ। ਹੁਣ ਏਡਾ ਵੱਡਾ ਮੁਲਕ, ਇੱਥੇ ਕੀ ਹੋਇਆ? ਇੱਥੇ ਜੀ ਨੋਟਬੰਦੀ ਹੋ ਗਈ ਜੀ, ਮਤਲਬ ਕਿ ਜਿਹੜੇ ਤੁਹਾਡੇ ਕੋਲ ਹੈਗੇ ਉਹ ਵੀ ਦੇ ਦਿਓ। ਤੇ ਅਮਰੀਕਾ 'ਚ ਕੀ ਹੋਇਆ? ਲੋਕਡਾਊਨ ਹੋਇਆ ਨਾ, ਕੱਲੇ ਕੱਲੇ ਬੰਦੇ ਨੂੰ $1200 ਦਿੱਤਾ ਉਹਨਾਂ ਨੇ। ਇਹ ਇੱਕ ਕਿਸ਼ਤ ਹੈ। ਹੁਣ ਜਿਹੜਾ ਜਿੱਤਿਆ ਉਹ ਕਹਿੰਦਾ $600 ਦੇਣਾ ਹੈ, ਜਿਹੜਾ ਹਾਰਿਆ ਟਰੰਪ ਉਹ ਕਹਿੰਦਾ ਨਹੀਂ ਮੈਂ $2000 ਦੇਣਾ। ਜਾਣ ਲੱਗਾ ਉਹਨੇ 900 ਪਤਾ ਨਹੀਂ ਬਿਲੀਅਨ ਡਾਲਰ ਦੇ ਉੱਤੇ ਸਾਈਨ ਕੀਤੇ ਨੇ ਉਹਨੇ। ਕਿੰਨੇ ਲੋਕ ਉੱਥੇ ਬੈਠੇ ਨੇ ਜਿਹੜੇ ਕਹਿੰਦੇ ਸਾਡੀ ਜੌਬ ਹੈ ਨਹੀਂ, $600 ਪਰ ਵੀਕ ਉਹਨਾਂ ਦੇ ਅਕਾਊਂਟ ਵਿੱਚ ਟਰਾਂਸਫਰ ਹੋ ਰਿਹਾ। ਇੱਥੇ ਸਾਰਾ ਮਾਲ ਇਕੱਠਾ ਕਰ ਕਰਕੇ ਸਵਿਟਜ਼ਰਲੈਂਡ ਨੂੰ ਘੱਲਿਆ ਜਾ ਰਿਹਾ। ਫਿਰ ਕਹੀ ਜਾਂਦੇ ਜੀ ਇਹ ਦੇਵਤਿਆਂ ਦੀ ਧਰਤੀ ਹੈ ਜੀ, ਪੀਰਾਂ ਫਕੀਰਾਂ ਦੀ ਧਰਤੀ ਹੈ ਜੀ। ਬਿਲਕੁਲ ਹੈਗੀ ਹੈ, ਪਰ ਗੁਰਬਾਣੀ ਦੀ ਇੱਕ ਪੰਕਤੀ ਲਿਖ ਲੈਣਾ, ਕਬੀਰ ਧਰਤੀ ਸਾਧਕੀ। ਇਹਦੇ ਅਰਥ ਜ਼ਰੂਰ ਗੂਗਲ ਤੋਂ ਬੱਚਿਆਂ ਤੋਂ ਕਢਾ ਲਿਓ ਘਰ ਜਾ ਕੇ। ਕਬੀਰ ਧਰਤੀ ਸਾਧਕੀ, ਤਸਕਰ ਬੈਠੇ ਗਾਹੇ। ਉਹ ਧਰਤੀ ਤਾਂ ਗੁਰੂਆਂ ਦੀ ਹੈ, ਪਰ ਬੈਠੇ ਤੇ ਚੋਰ ਨੇ ਨਾ ਉੱਤੇ। ਇੱਕ ਤੋਂ ਇੱਕ ਚੋਰ ਕਬਜ਼ਾ ਕਰਕੇ ਬਹਿ ਗਿਆ। ਦੱਸੋ ਇਹ ਗੁਰੂਆਂ ਦੀ ਧਰਤੀ ਕਰੂਗੀ ਕੀ? ਇੱਥੇ ਅਮਰੀਕਾ ਗੁਰੂਆਂ ਦੀ ਧਰਤੀ ਨਹੀਂ ਹੈ, ਪਰ ਉੱਥੇ ਸਾਧੂ ਬੈਠੇ ਨੇ ਲੋਕ। ਕੋਈ ਮੈਕਸੀਕੋ ਦੀ ਕੰਧ ਟੱਪ ਕੇ ਆ ਜਾਏ ਤੇ ਉਹਨੂੰ ਅਸਾਈਲਮ ਦੇ ਦਿੰਦੇ ਨੇ ਉਹ, ਜਾਂ ਕਹਿੰਦੇ ਆਪਣੇ ਬੱਚੇ ਵੀ ਲਾਇਆ ਹੋਣਾ।
6 ਮਹੀਨੇ 'ਚ ਬੱਚੇ ਚਲ ਜਾਂਦੇ ਨੇ ਇੰਡੀਆ ਤੋਂ ਅਮਰੀਕਾ। ਉਹ ਲੋਕ ਸਨਮਾਨ ਕਰਦੇ ਨੇ ਮਨੁੱਖ ਦਾ। ਇੱਥੇ ਤੁਸੀਂ ਜਾਓ ਆਪਰੇਸ਼ਨ ਕੋਈ ਹੋਰ ਕਰਾਉਣ ਜਾਓ, ਕੱਢਣੀਆਂ ਕੱਢ ਲੈਣਗੇ ਤੁਹਾਡੀਆਂ। ਮਤਲਬ ਬਾਹਰ ਆ ਕੇ ਇਹ ਵੀ ਵੇਖਣਾ ਪੈਂਦਾ ਵੀ ਪੁਰਜੇ ਹੈਗੇ ਕਿ ਨਹੀਂ ਹੈਗੇ, ਕੋਈ ਪਤਾ ਨਹੀਂ ਵੀ ਇਲਾਜ ਕਿਹੜਾ ਕਰਾਉਣ ਗਿਆ ਤੇ ਕੱਢ ਕੇ ਕਿਹੜਾ ਕੋਈ ਲੈ ਗਿਆ, ਕੋਈ ਪਤਾ ਲੱਗਦਾ ਇੱਥੇ ਕੋਈ। ਅਜੇ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ, ਸ਼ੁਕਰ ਹੈ, ਜੇ ਕਿਤੇ ਨਾ ਹੁੰਦੀ ਤੇ ਫਿਰ ਤਾਂ ਪਤਾ ਨਹੀਂ ਬਚਣਾ ਹੀ ਕੁਛ ਨਹੀਂ ਸੀਗਾ। ਅਜੇ ਜਿਹੜਾ ਥੋੜਾ ਬਹੁਤਾ ਬਚੇ ਇਸ ਕਰਕੇ ਬਚਿਆ ਵੀ ਇਹ ਪੀਰਾਂ ਫਕੀਰਾਂ ਦੀ ਧਰਤੀ, ਰਿਸ਼ੀਆਂ ਮੁਨੀਆਂ ਦੀ ਧਰਤੀ ਹੈ। ਹੁਣ ਜਾ ਕੇ ਸਮਝ ਆਉਂਦੀ ਵੀ ਉਹ ਪਹਾੜਾਂ ਤੇ ਕਿਉਂ ਰਹਿੰਦੇ ਸੀ। ਉਹਨਾਂ ਨੂੰ ਪਤਾ ਸੀ ਵੀ ਸਾਨੂੰ ਇਹਨਾਂ ਵੇਚ ਕੇ ਖਾ ਜਾਣਾ ਲੋਕਾਂ ਨੇ, ਸ਼ਾਇਦ ਇਸੇ ਕਰਕੇ ਉਹ ਪਹਾੜਾਂ 'ਚ ਲੁਕੇ ਰਹਿੰਦੇ ਸੀ ਵਿਚਾਰੇ। ਅਸੀਂ ਕਹਿੰਦੇ ਜੀ ਉਹ ਭਗਤੀ ਕਰਦੇ, ਭਗਤੀ ਨਹੀਂ ਕਰਦੇ, ਉਹ ਸਾਡੇ ਵਰਗਿਆਂ ਤੋਂ ਮੇਰੇ ਖਿਆਲ ਬਚ ਕੇ ਉੱਥੇ ਰਹਿੰਦੇ ਹੋਣੇ ਨੇ। ਆਓ ਆਪਾਂ ਗੁਰੂ ਵਾਲੇ ਬਣੀਏ। ਬਹੁਤ ਕੁਝ ਸੱਚੇ ਪਾਤਸ਼ਾਹ ਤੋਂ ਸਿੱਖਣ ਦੀ ਲੋੜ ਹੈ, ਮੰਗਣ ਦੀ ਲੋੜ ਨਹੀਂ ਹੈ। ਅਸੀਂ ਉਲਟਾ ਗੇੜਾ ਪਾ ਦਿੱਤਾ ਵੀ ਗੁਰਦੁਆਰੇ ਜਾਓ ਤੇ ਮੰਗੋ, ਮੰਦਰ ਜਾਓ ਤੇ ਮੰਗੋ। ਮੰਗਣ ਦੀ ਲੋੜ ਨਹੀਂ। ਜਿਹੜੀਆਂ ਕਿਤਾਬਾਂ ਤੁਸੀਂ ਪੜ੍ਹਦੇ ਉਹਦੀ ਜਗ੍ਹਾ ਧਰਮ ਗ੍ਰੰਥ ਪੜ੍ਹਨ ਦੀ ਲੋੜ ਹੈ। ਤੇ ਪੜ੍ਹਨ ਤੋਂ ਬਾਅਦ ਤੁਹਾਨੂੰ ਸਮਝ ਆਏਗੀ ਕਿ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਉਹਨੇ ਜੋ ਕਰਨਾ ਕਰੀ ਜਾ ਰਿਹਾ, ਤੂੰ ਉਹਦੀਆਂ ਬਾਤਾਂ ਪਾ ਵੇਖ ਕਿੰਨੀਆਂ ਬਖਸ਼ਿਸ਼ਾਂ ਕਰਦਾ ਹੈ। ਉਹ ਸਭ ਦੀਆਂ ਝੋਲੀਆਂ ਭਰਦਾ ਹੈ। ਉਹਨੇ ਸਭ ਨੂੰ ਪਾਲਣਾ ਹੈ, ਉਹਨੇ ਸਭ ਨੂੰ ਜਨਮ ਦਿੱਤਾ ਹੈ। ਉਹ ਸਾਡਾ ਸਾਰਿਆਂ ਦਾ ਮਾਂ ਪਿਓ ਆਪ ਹੈ। ਸਤਿਗੁਰੂ ਮਿਹਰ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।